ਸਵਾਗਤ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਡੀਡੀ ਪੰਜਾਬੀ ਦੇ तमाम ਦਰਸ਼ਕਾਂ ਦਾ ਨਿੱਘਾ ਸਵਾਗਤ ਉਹਨਾਂ ਦੇ ਆਪਣੇ ਪਸੰਦੀਦਾ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ। ਮੈਂ ਹਾਂ ਤੁਹਾਡਾ ਆਪਣਾ ਚਰਨਜੀਤ ਜੋਗੀ। ਕਹਿੰਦੇ ਨੇ ਹਿੰਦੂ ਮੁਸਲਿਮ ਸਿੱਖ ਈਸਾਈ ਆਪਸ ਦੇ ਵਿੱਚ ਭਾਈ ਭਾਈ ਰਲ ਕੇ ਰਹਿੰਦੇ ਇਸ ਦੁਨੀਆ ਤੇ ਇਹ ਵੀਰ ਦਿਖਾਵਾਂ ਆ ਮੈਂ ਸੋਹਣੇ ਵਤਨਾਂ ਦੀ ਤਸਵੀਰ ਦਿਖਾਵਾਂ। ਭਾਰਤ ਸੱਚਮੁੱਚ ਇੱਕ ਉਸ ਮੁੰਦਰੀ ਵਾਂਗਰਾ ਹੈ, ਉਸ ਮੁੰਦਰੀ ਦੇ ਨਗ ਵਾਂਗਰਾ ਹੈ ਕਿ ਜਿਹਦੀ ਚਮਕ ਪੂਰਾ ਵਿਸ਼ਵ ਮਾਣਦਾ ਹੈ। ਔਰ ਇਸ ਗੁਲਦਸਤੇ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲ ਨੇ ਔਰ ਸਾਰੇ ਆਪੋ ਆਪਣੀ ਮਹਿਕ ਛੱਡਦੇ ਨੇ। ਔਰ ਇਸੇ ਤਰ੍ਹਾਂ ਹੀ ਇਸ ਮਹਿਕਦੇ ਹੋਏ ਵਤਨ ਦੀਆਂ ਮਹਿਕਦੀਆਂ ਹੋਈਆਂ ਕੁਝ ਘੜੀਆਂ ਹੁੰਦੀਆਂ ਨੇ, ਕੁਝ ਪਲ ਹੁੰਦੇ ਨੇ, ਜਿਵੇਂ ਕਿ ਅਸੀਂ ਕੱਲ੍ਹ ਕੁਝ ਪਲ ਮੰਨਣੇ ਨੇ ਆਪਣੇ ਗਣਤੰਤਰ ਦਿਵਸ ਦੇ। ਜੀ ਹਾਂ, ਉਹਨਾਂ ਮਹਿਕਦੇ ਹੋਏ ਪਲਾਂ ਨੂੰ ਮੰਨਣ ਤੋਂ ਪਹਿਲਾਂ ਸਾਨੂੰ ਉਹਨਾਂ ਪਲਾਂ ਨੂੰ ਮੰਨਣ ਦਾ ਸਲੀਕਾ ਤਰੀਕਾ ਵੀ ਆਉਣਾ ਚਾਹੀਦਾ ਹੈ। ਕੱਲ੍ਹ ਅਸੀਂ ਆਪਣਾ ਗਣਤੰਤਰ ਦਿਵਸ ਮਨਾ ਰਹੇ ਹਾਂ ਔਰ ਇਸ ਗਣਤੰਤਰ ਦਿਵਸ ਦੇ ਉੱਪਰ ਸਾਨੂੰ ਮਾਣ ਹੈ ਕਿਉਂਕਿ ਅਸੀਂ ਪੂਰੀ ਤਰ੍ਹਾਂ ਦੇ ਨਾਲ ਸਮਰੱਥ ਹੋ ਕੇ ਪੂਰੀ ਤਰ੍ਹਾਂ ਦੇ ਨਾਲ ਸਲੀਕੇ ਤੇ ਤਰੀਕੇ ਦੇ ਵਿੱਚ ਵਿਸ਼ਵ ਦੇ ਵਿੱਚ ਵਿਚਰ ਰਹੇ ਹਾਂ। ਇਹ ਗਣਤੰਤਰ ਦਿਵਸ ਦੀ ਮਹੱਤਤਾ ਕੀ ਹੈ? ਗਣਤੰਤਰ ਦਿਵਸ ਕੀ ਹੁੰਦਾ ਹੈ? ਕੀ ਹੈ ਇਸ ਦੇ ਪਿੱਛੇ ਲੁਕੇ ਹੋਏ ਰਾਜ਼? ਅਸੀਂ ਸਾਰੇ ਸਾਂਝੇ ਕਰਾਂਗੇ ਤੁਹਾਡੇ ਨਾਲ। ਔਰ ਅੱਜ ਸਾਡੀਆਂ ਗੱਲਾਂ ਬਾਤਾਂ ਦੇ ਵਿੱਚ ਸ਼ਾਮਲ ਨੇ ਪ੍ਰੋਫੈਸਰ ਦਿਨੇਸ਼ ਅਰੋੜਾ ਜੀ, ਰਾਜਨੀਤੀ ਦੇ ਮਾਹਰ ਨੇ ਔਰ ਸਾਡੇ ਨਾਲ ਅੱਜ ਗਣਤੰਤਰ ਦਿਵਸ ਤੇ ਇਸ ਦੀ ਮਹੱਤਤਾ ਦੇ ਬਾਰੇ ਵਿਸਥਾਰਪੂਰਵਕ ਚਰਚਾ ਕਰਨਗੇ। ਸਭ ਤੋਂ ਪਹਿਲਾਂ ਤੇ ਡਾਕਟਰ ਦਿਨੇਸ਼ ਅਰੋੜਾ ਜੀ, ਸਾਡੇ ਪ੍ਰੋਗਰਾਮ ਦੇ ਵਿੱਚ ਸਵਾਗਤ। ਧੰਨਵਾਦ ਜੀ। ਅਸੀਂ ਗੱਲਬਾਤ ਹੀ ਇੱਥੋਂ ਸ਼ੁਰੂ ਕਰਾਂਗੇ ਕਿਉਂਕਿ ਕੱਲ੍ਹ ਬਹੁਤ ਵੱਡਾ ਦਿਨ ਹੈ ਸਾਡੇ ਵਾਸਤੇ। ਅਸੀਂ ਸਾਰੇ ਖੁਸ਼ੀਆਂ ਦੇ ਨਾਲ ਉਤਸ਼ਾਹ ਦੇ ਨਾਲ ਗਣਤੰਤਰ ਦਿਵਸ ਮਨਾ ਰਹੇ ਹਾਂ। ਇਹ ਗਣਤੰਤਰ ਦਿਵਸ ਹੈ ਕੀ? ਇਹਦਾ ਮਹੱਤਵ ਕੀ ਹੈ? ਬਿਲਕੁਲ ਜੀ। ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਗਣਤੰਤਰ ਦਿਵਸ ਦੀ ਬਹੁਤ ਬਹੁਤ ਮੁਬਾਰਕਬਾਦ ਜੀ। ਅਸੀਂ 73ਵਾਂ ਗਣਤੰਤਰ ਦਿਵਸ ਜਿਹੜਾ ਹੈ ਉਹ ਕੱਲ੍ਹ ਮਨਾਵਾਂਗੇ ਜੀ। ਔਰ ਇਹ ਜਿਹੜਾ ਗਣਤੰਤਰ ਦਿਵਸ ਹੈ ਇਹ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੇ ਨਾਲ ਜੁੜਿਆ ਔਰ ਇਹ ਇੱਕ ਖਾਸ ਦਿਨ ਹੈ ਜੀ ਸੈਲੀਬ੍ਰੇਸ਼ਨ ਦਾ ਔਰ ਨਾਲ ਦੀ ਨਾਲ ਆਪਣੇ ਸ਼ਹੀਦਾਂ ਨੂੰ ਸਲਾਮ ਕਰਨ ਦਾ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਸਾਨੂੰ ਦੇਸ਼ ਨੂੰ ਆਜ਼ਾਦ ਕਰਵਾਇਆ ਜੀ। 26 ਜਨਵਰੀ ਦਾ ਜਿਹੜਾ ਦਿਨ ਹੈ, ਇਸ ਦਿਨ 26 ਜਨਵਰੀ 1950 ਨੂੰ ਸਾਡਾ ਸੰਵਿਧਾਨ ਜਿਹੜਾ ਉਹ ਲਾਗੂ ਹੋਇਆ ਸੀ ਔਰ ਭਾਰਤ ਇੱਕ ਗਣਰਾਜ ਜਿਹੜਾ ਉਹਦੀ ਘੋਸ਼ਣਾ ਹੋਈ ਜੀ। ਜਿਸ ਵੇਲੇ ਅਸੀਂ ਗਣਰਾਜ ਦੀ ਗੱਲ ਕਰਦੇ ਹਾਂ ਤਾਂ ਉਹਦੇ ਅਰਥ ਸਮਝਣੇ ਬਹੁਤ ਜ਼ਰੂਰੀ ਹੈ ਜੀ। ਅਸਲ ਦੇ ਵਿੱਚ ਭਾਰਤ ਦਾ ਸੰਵਿਧਾਨ ਜਿਹੜਾ ਇਹ 26 ਨਵੰਬਰ 1949 ਦੇ ਵਿੱਚ ਬਣ ਕੇ ਤਿਆਰ ਹੁੰਦਾ ਹੈ ਔਰ ਇਸ ਨੂੰ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਤੇ ਇਹਦੇ ਨਾਲ ਭਾਰਤ ਨੂੰ ਇੱਕ ਗਣਰਾਜ ਘੋਸ਼ਿਤ ਕੀਤਾ ਗਿਆ। ਗਣਰਾਜ ਦਾ ਮਤਲਬ ਇਹ ਹੈ ਜਿਹਦੇ ਵਿੱਚ ਸਾਰੀ ਦੀ ਸਾਰੀ ਸ਼ਕਤੀ ਜਿਹੜੀ ਹੈ ਉਹ ਗਣ ਦੇ ਕੋਲ ਹੈ, ਮਤਲਬ ਲੋਕਾਂ ਦੇ ਕੋਲ ਹੈ ਔਰ ਭਾਰਤ ਜਿਹੜਾ ਵਾ ਇਹ ਪੂਰੀ ਤਰ੍ਹਾਂ ਦੇ ਨਾਲ ਲੋਕਾਂ ਨੂੰ ਸਮਰਪਿਤ ਹੈ। ਔਰ ਗਣਰਾਜ ਦੀ ਅਗਰ ਅਸੀਂ ਪਰਿਭਾਸ਼ਾ ਦੇਖਦੇ ਹਾਂ ਤੇ ਇੱਕ ਅਜਿਹੀ ਵਿਵਸਥਾ ਹੈ ਜਿਹਦੇ ਵਿੱਚ ਦੇਸ਼ ਦਾ ਜਿਹੜਾ ਸ਼ਾਸਕ ਹੈ, ਦੇਸ਼ ਦਾ ਜਿਹੜਾ ਰੂਲਰ ਹੈ ਉਹ ਲੋਕਾਂ ਦੁਆਰਾ ਪ੍ਰਤੱਖ ਜਾਂ ਅਪ੍ਰਤੱਖ ਤੌਰ ਤੇ ਇੱਕ ਨਿਸ਼ਚਿਤ ਸਮੇਂ ਲਈ ਚੁਣਿਆ ਜਾਂਦਾ ਹੈ ਜੀ। ਤਾਂ ਭਾਰਤ ਦੇ ਸੰਵਿਧਾਨ ਦੇ ਵਿੱਚ ਮਾਨਨੀय ਰਾਸ਼ਟਰਪਤੀ ਜੀ ਨੂੰ ਦੇਸ਼ ਦਾ ਅਧਿਕਸ਼ ਬਣਾਇਆ ਗਿਆ ਜਿਨ੍ਹਾਂ ਦਾ ਚੁਣਾਵ ਅਪ੍ਰਤੱਖ ਤੌਰ ਤੇ ਲੋਕਾਂ ਦੁਆਰਾ ਇੱਕ ਨਿਸ਼ਚਿਤ ਸਮੇਂ ਦੇ ਲਈ ਕੀਤਾ ਜਾਂਦਾ ਹੈ ਜੀ। ਅਸਲ ਦੇ ਵਿੱਚ ਜਿਸ ਵੇਲੇ ਦੇਸ਼ ਆਜ਼ਾਦ ਹੁੰਦਾ ਹੈ ਤੇ ਇਹਦੇ ਨਾਲ 500 ਤੋਂ ਜ਼ਿਆਦਾ ਰਿਆਸਤਾਂ ਵੀ ਨਾਲ ਆਜ਼ਾਦ ਹੁੰਦੀਆਂ। ਤਾਂ ਸੰਵਿਧਾਨ ਸਭਾ ਦੇ ਵਿੱਚ ਜਿਸ ਵੇਲੇ ਸੰਵਿਧਾਨ ਬਣਾਇਆ ਜਾਂਦਾ ਹੈ ਉਸ ਵੇਲੇ ਇਹ ਡਿਸਾਈਡ ਕੀਤਾ ਜਾਂਦਾ ਹੈ ਕਿ ਭਾਰਤ ਨੂੰ ਅਸੀਂ ਇੱਕ ਗਣਰਾਜ ਬਣਾਉਣਾ ਹੈ ਜਿਹਦੇ ਵਿੱਚ ਸਾਰੀ ਦੀ ਸਾਰੀ ਸ਼ਕਤੀ ਜਿਹੜੀ ਹੈ ਉਹ ਲੋਕਾਂ ਦੇ ਕੋਲ ਹੋਏਗੀ ਔਰ ਲੋਕਾਂ ਦਾ ਨੁਮਾਇੰਦਾ, ਲੋਕਾਂ ਦਾ ਪ੍ਰਤੀਨਿਧੀ ਜਿਹੜਾ ਉਹ ਦੇਸ਼ ਦਾ ਸ਼ਾਸਕ ਹੋਏਗਾ। ਤਾਂ ਗਣਰਾਜ ਇੱਕ ਅਜਿਹੀ ਵਿਵਸਥਾ ਹੈ ਜਿਹਦੇ ਵਿੱਚ ਸਾਰੀ ਸ਼ਕਤੀ ਲੋਕਾਂ ਦੇ ਕੋਲ ਹੈ ਜੀ। ਔਰ ਜੇਕਰ ਇਹਨਾਂ ਗੱਲਾਂ ਬਾਤਾਂ ਦੇ ਵਿੱਚ ਤੁਸੀਂ ਗੱਲ ਸੰਵਿਧਾਨ ਦੀ ਕੀਤੀ ਜੀ ਜੀ, ਅਸੀਂ ਸਾਰੇ ਕਹਿੰਦੇ ਹਾਂ ਸੰਵਿਧਾਨ ਸਾਡਾ ਬਹੁਤ ਅੱਛਾ ਹੈ, ਸੰਵਿਧਾਨ ਸਾਡਾ ਇਸ ਤਰ੍ਹਾਂ, ਪਰ ਅਸਲ ਸੰਵਿਧਾਨ ਜੀ ਉਹਦੇ ਮਾਇਨੇ ਹੋ ਸਕਦਾ ਬਹੁਤੇ ਨੂੰ ਨਾ ਪਤਾ ਹੋਣ ਤੇ ਬਹੁਤੇ ਲੋਕ ਜਾਣਦੇ ਵੀ ਹੋਣ। ਸੰਵਿਧਾਨ ਜਿਹੜਾ ਹੈ ਇਹ ਕੀ ਹੈ? ਸੰਵਿਧਾਨ ਕਿਸੇ ਵੀ ਦੇਸ਼ ਦਾ ਸਭ ਤੋਂ ਵੱਡਾ ਕਾਨੂੰਨ ਹੁੰਦਾ ਹੈ। ਇਹ ਇੱਕ ਅਜਿਹੀ ਵਿਵਸਥਾ ਹੈ ਜਿਹਦੇ ਵਿੱਚ ਪੂਰੀ ਦੀ ਪੂਰੀ ਰਾਜਨੀਤਿਕ ਵਿਵਸਥਾ ਨੂੰ ਸ਼ਾਮਲ ਕੀਤਾ ਜਾਂਦਾ ਹੈ ਜੀ। ਇਹ ਇੱਕ ਕਿਤਾਬ ਦਾ ਰੂਪ ਨਹੀਂ ਹੈ, ਇਹ ਇੱਕ ਜੀਵਿਤ ਡਾਕੂਮੈਂਟ ਹੈ ਜਿਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਸਰਕਾਰ ਜਿਹੜੀ ਹੈ ਉਹਦਾ ਸਵਰੂਪ ਕਿਹੋ ਜਿਹਾ ਹੋਏਗਾ ਜੀ। ਸਰਕਾਰ ਦੇ ਅਲੱਗ-ਅਲੱਗ ਅੰਗ ਹੈ, ਵਿਧਾਨ ਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ, ਉਹਨਾਂ ਨੂੰ ਕਿਵੇਂ ਸੰਗਠਿਤ ਕੀਤਾ ਜਾਏਗਾ, ਉਹਨਾਂ ਦਾ ਸਵਰੂਪ ਕਿਹੋ ਜਿਹਾ ਹੋਏਗਾ, ਉਹਨਾਂ ਦੇ ਕੰਮ, ਉਹਨਾਂ ਦੀਆਂ ਸ਼ਕਤੀਆਂ ਕਿਹੋ ਜਿਹੀਆਂ ਹੋਣਗੀਆਂ, ਲੋਕਾਂ ਦੇ ਅਧਿਕਾਰ, ਲੋਕਾਂ ਦੀਆਂ ਸੁਤੰਤਰਤਾਵਾਂ, ਲੋਕਾਂ ਦੇ ਫਰਜ਼, ਇਹ ਸਾਰਾ ਵਿਵਸਥਾ ਜਿਹੜੀ ਹੈ ਸੰਵਿਧਾਨ ਦੇ ਵਿੱਚ ਕੀਤੀ ਜਾਂਦੀ ਹੈ ਜੀ। ਭਾਰਤ ਦਾ ਜਿਹੜਾ ਸੰਵਿਧਾਨ ਹੈ ਇਹ ਦੁਨੀਆ ਦਾ ਇੱਕ ਵੱਡਾ ਸੰਵਿਧਾਨ ਹੈ ਜਿਹਦੇ ਵਿੱਚ 395 ਧਾਰਾਵਾਂ ਹੈ, 22 ਇਹਦੇ ਭਾਗ ਹੈ ਔਰ 12 ਅਨੁਸੂਚੀਆਂ ਔਰ ਇਹ ਇੱਕ ਦੁਨੀਆ ਦਾ ਵੱਡਾ ਸੰਵਿਧਾਨ ਹੈ ਕਿਉਂਕਿ ਹਰ ਇੱਕ ਚੀਜ਼ ਨੂੰ ਬਹੁਤ ਡਿਟੇਲ ਦੇ ਨਾਲ
ਇਹਦੇ 'ਚ ਪੇਸ਼ ਕੀਤਾ ਗਿਆ ਜੀ। ਇੱਥੇ ਇਹ ਚੀਜ਼ ਜਾਣਨੀ ਬਹੁਤ ਜ਼ਰੂਰੀ ਹੈ ਕਿ ਜਿਸ ਵੇਲੇ ਅਸੀਂ ਸੰਵਿਧਾਨ ਦੀ ਗੱਲ ਕਰਦੇ ਹਾਂ, ਇਹ ਚੀਜ਼ ਮੰਨਣੀ ਪਏਗੀ ਕਿ ਸੰਵਿਧਾਨ ਲਿਖਿਤ ਔਰ ਅਲਿਖਿਤ ਦੋਨੋਂ ਤਰ੍ਹਾਂ ਦਾ ਹੋ ਸਕਦਾ ਹੈ। ਅੱਛਾ ਜੀ। ਜ਼ਰੂਰੀ ਨਹੀਂ ਹੈ ਕਿ ਸੰਵਿਧਾਨ ਇੱਕ ਕਿਤਾਬ ਦੇ ਰੂਪ ਦੇ ਵਿੱਚ ਲਿਖਿਤ ਰੂਪ 'ਚ ਅਵੇਲੇਬਲ ਹੋਵੇ। ਜੇ ਅਸੀਂ ਬ੍ਰਿਟੇਨ ਦਾ ਸੰਵਿਧਾਨ ਦੇਖਦੇ ਹਾਂ, ਬਰਤਾਨੀਆ ਦਾ ਸੰਵਿਧਾਨ ਦੇਖਦੇ ਹਾਂ, ਤਾਂ ਉਹ ਸੰਵਿਧਾਨ ਲਿਖਿਤ ਰੂਪ ਦੇ ਵਿੱਚ ਉਪਲਬਧ ਨਹੀਂ ਹੈ। ਅੱਛਾ ਜੀ। ਲੇਕਿਨ ਉਹ ਸੰਵਿਧਾਨ ਐਗਜ਼ਿਸਟ ਕਰਦਾ ਹੈ। ਉਹ ਸੰਵਿਧਾਨ ਦੀ ਵਿਵਸਥਾਵਾਂ ਦੇ ਨਾਲ ਪੂਰੀ ਬ੍ਰਿਟੇਨ ਦੀ ਵਿਵਸਥਾ ਚੱਲਦੀ ਪਈ ਹੈ। ਔਰ ਇਹ ਵੀ ਜ਼ਰੂਰੀ ਨਹੀਂ ਹੈ ਕਿ ਸੰਵਿਧਾਨ ਕਿਸੇ ਸਭਾ ਦੁਆਰਾ ਬਣਾਇਆ ਗਿਆ ਹੋਵੇ। ਸੰਵਿਧਾਨ ਸਮੇਂ ਦੇ ਨਾਲ ਵਿਕਸਿਤ ਵੀ ਹੁੰਦਾ ਹੈ ਜੀ। ਲਗਾਤਾਰ ਜਿਵੇਂ ਸਮੇਂ ਬਦਲਦਾ ਹੈ, ਸੰਵਿਧਾਨ ਦੇ ਵਿੱਚ ਪਰਿਵਰਤਨ ਆਉਂਦੇ ਆ। ਤਾਂ ਇਸ ਕਰਕੇ ਅਸੀਂ ਸੰਵਿਧਾਨ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਇਹ ਮੰਨਦੇ ਹਾਂ ਕਿ ਸੰਵਿਧਾਨ ਇੱਕ ਜੀਵਿਤ ਪ੍ਰਾਣੀ ਦੇ ਸਮਾਨ ਹੈ, ਜਿਹੜਾ ਕਿ ਪੂਰੀ ਦੀ ਪੂਰੀ ਵਿਵਸਥਾ ਨੂੰ ਚਲਾਉਣ ਦੇ ਵਿੱਚ ਸਹਾਇਕ ਸਿੱਧ ਹੁੰਦਾ ਹੈ। ਔਰ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵਿਜ਼ਨ ਲੈ ਕੇ ਚੱਲਦਾ ਹੈ, ਇੱਕ ਉਦੇਸ਼ ਲੈ ਕੇ ਚੱਲਦਾ ਹੈ ਔਰ ਲੋਕਾਂ ਨੂੰ ਨਾਲ ਲੈ ਕੇ ਚੱਲਦਾ ਹੈ ਕਿ ਸਾਡੀ ਜਿਹੜੀ ਵਿਵਸਥਾ ਹੈ ਉਹ ਕਿਹੋ ਜਿਹੀ ਹੈ ਜੀ। ਇਹ ਵਰਤਮਾਨ ਦੇ ਨਾਲ ਨਾਲ ਭਵਿੱਖ ਦੀ ਵੀ ਗੱਲ ਕਰਦਾ ਹੈ। ਇਹਦੇ 'ਚ ਅਸੀਂ ਪਾਸਟ ਜਿਹੜਾ ਅਤੀਤ ਹੈ, ਸਾਡਾ ਜਿਹੜਾ ਇਤਿਹਾਸ ਹੈ, ਉਹਦੀ ਛਾਪ ਵੀ ਦੇਖਦੇ ਹਾਂ। ਬਿਲਕੁਲ। ਤਾਂ ਇਹ ਤਿੰਨਾਂ ਦਾ ਸੁਮੇਲ ਹੈ, ਅਤੀਤ ਦਾ ਵੀ, ਵਰਤਮਾਨ ਦਾ ਵੀ ਔਰ ਭਵਿੱਖ ਦਾ ਵੀ। ਜੀ। ਤੇ ਜੇਕਰ ਤੁਸੀਂ ਅਤੀਤ ਦੀ ਗੱਲ ਕਰਦੇ ਹੋ ਤੇ ਜੇਕਰ ਅਸੀਂ ਆਪਣੇ, ਕਿਉਂਕਿ ਸਾਡਾ ਸੰਵਿਧਾਨ ਜਿਵੇਂ ਕਹਿੰਦੇ ਨੇ ਕਿ ਸਾਡਾ ਸਭ ਤੋਂ ਵਿਸ਼ਾਲ ਸੰਵਿਧਾਨ ਹੈ ਔਰ ਇਹਦੀ ਵਿਸ਼ਾਲਤਾ ਬਹੁਤ ਆ, ਔਰ ਇਹ ਜਿਹੜਾ ਸੰਵਿਧਾਨ ਹੈ ਸਾਡੇ ਆਪਣੇ ਸੰਵਿਧਾਨ ਦੀ ਇਹਦੀ ਪਿੱਠ ਭੂਮੀ ਕੀ ਹੈ, ਪਿਛੋਕੜ ਕੀ ਹੈ? ਬਿਲਕੁਲ। ਜੇ ਅਸੀਂ ਭਾਰਤ ਦਾ ਇਤਿਹਾਸ ਦੇਖੀਏ, ਉਹਦੇ ਵਿੱਚ ਜੇ ਅਸੀਂ ਸੰਵਿਧਾਨ ਦੇ ਇਤਿਹਾਸ ਨੂੰ ਦੇਖਣਾ ਸ਼ੁਰੂ ਕਰਦੇ ਹਾਂ ਤਾਂ ਇਹਦੀਆਂ ਜਿਹੜੀਆਂ ਜੜ੍ਹਾਂ ਸਾਨੂੰ ਰਾਸ਼ਟਰੀ ਅੰਦੋਲਨ 'ਚ ਸੁਤੰਤਰਤਾ ਦਾ ਜਿਹੜਾ ਸੰਘਰਸ਼ ਹੈ ਉਹਦੇ 'ਚ ਮਿਲਦੀਆਂ। ਬਹੁਤ ਸਾਰੇ ਲੀਡਰਸ ਜਿਹੜੇ ਆ ਉਸ ਦੌਰਾਨ ਮੰਗ ਕਰ ਰਹੇ ਸੀ ਕਿ ਭਾਰਤ ਜਿਹੜਾ ਹੈ ਉਹਦਾ ਆਪਣਾ ਸੰਵਿਧਾਨ ਹੋਣਾ ਚਾਹੀਦਾ ਜੀ। ਔਰ 1945 ਦੇ ਵਿੱਚ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਬ੍ਰਿਟੇਨ ਦੇ ਵਿੱਚ ਸੱਤਾ ਜਿਹੜਾ ਉਹਦਾ ਪਰਿਵਰਤਨ ਹੁੰਦਾ ਹੈ, ਚੁਣਾਵ ਹੁੰਦੇ ਔਰ ਲੇਬਰ ਪਾਰਟੀ ਦੀ ਗਵਰਨਮੈਂਟ ਬਣਦੀ ਹੈ। ਪ੍ਰਾਈਮ ਮਿਨਿਸਟਰ ਐਟਲੇ ਉੱਥੇ ਪ੍ਰਧਾਨ ਮੰਤਰੀ ਬਣਦੇ ਆ ਔਰ ਉਹਨਾਂ ਦੀ ਦੇਖ-ਰੇਖ ਦੇ ਵਿੱਚ ਇੱਕ ਕਮੇਟੀ ਜਿਹੜੀ ਹੈ ਉਹ ਇੰਡੀਆ 'ਚ ਭੇਜੀ ਜਾਂਦੀ ਹੈ ਇਸੇ ਮੁੱਦੇ ਦੇ ਉੱਪਰ ਕਿ ਭਾਰਤ ਦਾ ਸੰਵਿਧਾਨ ਹੋਣਾ ਚਾਹੀਦਾ ਔਰ ਕਿਹੋ ਜਿਹਾ ਹੋਣਾ ਚਾਹੀਦਾ ਤੇ ਕੌਣ ਬਣਾਏਗਾ। ਇੱਕ ਕਮੇਟੀ ਜਿਹੜੀ ਹੈ, ਕੈਬਨਿਟ ਮਿਸ਼ਨ ਉਸ ਨੂੰ ਕਿਹਾ ਜਾਂਦਾ, ਉਹਦੇ 3 ਮੈਂਬਰ ਸੀ ਔਰ ਉਹ ਭਾਰਤ ਦੇ ਵਿੱਚ ਵਿਜ਼ਿਟ ਕਰਦੇ ਆ ਔਰ ਉਹ ਇੱਕ ਸੁਜੈਸ਼ਨ ਦਿੰਦੇ ਆ ਕਿ ਭਾਰਤ ਦਾ ਸੰਵਿਧਾਨ ਬਣਾਉਣ ਦੇ ਲਈ ਇੱਕ ਸੰਵਿਧਾਨ ਸਭਾ ਹੋਣੀ ਚਾਹੀਦੀ ਹੈ ਔਰ ਉਹਦੇ 399 ਜਿਹੜੇ ਆ ਉਹ ਮੈਂਬਰ ਹੋਣੇ ਚਾਹੀਦੇ ਆ ਔਰ ਪੂਰੀ ਵਿਵਸਥਾ ਜਿਹੜੀ ਹੈ ਉਹ ਮਿਸ਼ਨ ਨੇ ਦੱਸੀ ਕਿ ਇਸ ਤਰ੍ਹਾਂ ਉਹ ਮੈਂਬਰ ਜਿਹੜੇ ਇਲੈਕਟ ਹੋਣੇ ਚਾਹੀਦੇ ਆ। ਉਹਦੀ ਵਿਵਸਥਾ ਦੇ ਅਨੁਸਾਰ ਜੋ ਉਸ ਕਮੇਟੀ ਨੇ ਰਿਕਮੈਂਡੇਸ਼ਨ ਦਿੱਤੀਆਂ, ਉਸ ਮਿਸ਼ਨ ਨੇ ਰਿਕਮੈਂਡੇਸ਼ਨ ਦਿੱਤੀਆਂ, 1946 ਦੇ ਵਿੱਚ ਸੰਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਔਰ ਸੰਵਿਧਾਨ ਸਭਾ ਜਿਹੜੀ ਹੈ ਬਣ ਕੇ ਤਿਆਰ ਹੋ ਜਾਂਦੀ ਹੈ। ਔਰ ਇਹ ਜਿਹੜੀ ਸੰਵਿਧਾਨ ਸਭਾ ਬਣਦੀ ਹੈ, ਇਹਨੂੰ ਇਸ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਕਿ ਤੁਸੀਂ ਭਾਰਤ ਦਾ ਸੰਵਿਧਾਨ ਬਣਾਉਣਾ ਹੈ ਔਰ ਇਹ ਸੰਵਿਧਾਨ ਸਭਾ ਆਪਣਾ ਕੰਮ ਸ਼ੁਰੂ ਕਰਦੀ ਹੈ ਔਰ ਇਸ ਦੀ ਪਹਿਲੀ ਬੈਠਕ 9 ਦਸੰਬਰ 1946 ਨੂੰ ਸੰਸਦ ਦਾ ਜਿਹੜਾ ਸੈਂਟਰਲ ਹਾਲ ਹੈ ਉੱਥੇ ਦੀ ਬੈਠਕ ਸ਼ੁਰੂ ਹੁੰਦੀ ਹੈ ਸਵੇਰੇ 11 ਵਜੇ ਔਰ ਪਹਿਲੀ ਬੈਠਕ ਦੀ ਅਧਿਕਸ਼ਤਾ ਜਿਹੜੀ ਉਸ ਸਭਾ ਹੈ ਉਹਦੇ ਸਭ ਤੋਂ ਬਜ਼ੁਰਗ ਸਦੱਸਿਆ ਡਾਕਟਰ ਸਚਿਦਾਨੰਦ ਸਿਨਹਾ ਕਰਦੇ ਹੈ ਔਰ 11 ਦਸੰਬਰ 1946 ਨੂੰ ਡਾਕਟਰ ਰਜਿੰਦਰ ਪ੍ਰਸਾਦ ਜੀ ਨੂੰ ਉਸ ਸਭਾ ਦਾ ਸਥਾਈ ਅਧਿਕਸ਼ ਪ੍ਰੈਜ਼ੀਡੈਂਟ ਜਿਹੜਾ ਉਹ ਚੁਣਿਆ ਜਾਂਦਾ ਹੈ। ਨਾਲ ਦੀ ਨਾਲ HC ਮੁਖਰਜੀ ਨੂੰ ਵਾਈਸ ਪ੍ਰੈਜ਼ੀਡੈਂਟ ਉਪ ਪ੍ਰਧਾਨ ਜਿਹੜਾ ਉਹ ਚੁਣਿਆ ਜਾਂਦਾ ਹੈ। ਸ਼੍ਰੀ BN ਰਾਓ ਜਿਹੜੇ ਹੈ ਉਹ ਸੰਵਿਧਾਨ ਸਭਾ ਦੇ ਸਲਾਹਕਾਰ ਬਣਦੇ ਆ, ਕਨਸਟੀਟਿਊਸ਼ਨਲ ਐਡਵਾਈਜ਼ਰ ਜਿਹੜੇ ਆ ਉਹਨਾਂ ਨੂੰ ਨਿਯੁਕਤ ਕੀਤਾ ਜਾਂਦਾ ਔਰ ਇਹ ਸੰਵਿਧਾਨ ਸਭਾ ਆਪਣਾ ਕੰਮ ਜਿਹੜਾ ਸ਼ੁਰੂ ਕਰ ਦਿੰਦੀ। ਕਠਿਨ ਤਪੱਸਿਆ ਕਹਿ ਲਓ, ਸਮਰਪਣ ਹੈ, ਤਿਆਗ ਹੈ ਔਰ ਇੱਕ ਨਵੇਂ ਭਾਰਤ ਦਾ ਸੰਕਲਪ ਲੈ ਕੇ ਇਹ ਸੰਵਿਧਾਨ ਸਭਾ ਕੰਮ ਸ਼ੁਰੂ ਕਰਦੀ ਹੈ ਔਰ 2 ਸਾਲ 11 ਮਹੀਨੇ ਤੇ 18 ਦਿਨ ਦਾ ਸਮੇਂ ਲੱਗਦਾ ਹੈ ਔਰ ਸੰਵਿਧਾਨ ਜਿਹੜਾ ਉਹ ਬਣ ਕੇ ਤਿਆਰ ਹੋ ਜਾਂਦਾ ਜੀ। ਔਰ ਉਸ ਸੰਵਿਧਾਨ ਨੂੰ ਅਡਾਪਟ ਕੀਤਾ ਜਾਂਦਾ ਹੈ 26 ਨਵੰਬਰ 1949 ਦੇ ਵਿੱਚ। ਸੰਵਿਧਾਨ ਸਭਾ ਇਸ ਨੂੰ ਯੂਨੈਨਿਮਸਲੀ ਅਡਾਪਟ ਕਰਦੀ ਹੈ ਔਰ ਇਹ ਸੰਵਿਧਾਨ ਨੂੰ ਜਿਸ ਵੇਲੇ ਅਡਾਪਟ ਕੀਤਾ ਜਾਂਦਾ ਹੈ ਔਰ ਫਾਈਨਲ ਡਰਾਫਟ ਜਿਹੜਾ ਜਿਹਨੂੰ ਡਾਕਟਰ BR ਅੰਬੇਦਕਰ ਔਰ ਉਹਨਾਂ ਦੇ ਸਹਿਯੋਗੀ ਜਿਹੜੇ ਤਿਆਰ ਕਰਦੇ ਆ ਉਹਨੂੰ ਅਡਾਪਟ ਕਰਨ ਤੋਂ ਬਾਅਦ ਫਿਰ ਇਸ ਸੰਵਿਧਾਨ ਨੂੰ 26 ਜਨਵਰੀ 1950 ਨੂੰ ਲਾਗੂ ਕੀਤਾ ਜਾਂਦਾ ਹੈ ਜੀ। ਜਦੋਂ ਤੁਸੀਂ ਗੱਲ ਕਰਦੇ ਹੋ 26 ਨਵੰਬਰ 1949 ਜੀ ਉਸ ਦਿਨ ਪ੍ਰਵਾਨਗੀ ਹੋ ਜਾਂਦੀ ਹੈ, ਸਵੀਕਾਰ ਕਰ ਲੈਂਦੇ ਆਪਾਂ ਕਿ ਸਾਡਾ ਇਹ ਸੰਵਿਧਾਨ ਹੋਏਗਾ। ਬਿਲਕੁਲ। ਤਾਂ 26 ਜਨਵਰੀ 1950 ਹਾਂਜੀ 2 ਮਹੀਨੇ ਬਾਅਦ ਇਹ 2 ਮਹੀਨੇ ਕਿਉਂ ਸਮਾਂ ਪਾਇਆ ਗਿਆ? ਇਹ ਕਿਉਂ? ਐਕਚੁਅਲੀ ਕਨਸਟੀਟਿਊਸ਼ਨ ਬਣ ਕੇ ਤਾਂ ਤਿਆਰ ਹੋ ਗਿਆ ਔਰ ਇਹਨੂੰ ਅਡਾਪਟ ਕੀਤਾ ਗਿਆ 26 ਨਵੰਬਰ 1949 ਦੇ ਵਿੱਚ ਔਰ 2 ਮਹੀਨਿਆਂ ਬਾਅਦ ਯਾਨੀ ਕਿ 26 ਜਨਵਰੀ 1950 ਨੂੰ ਇਹਨੂੰ ਲਾਗੂ ਕੀਤਾ ਗਿਆ। ਇਹਦੇ ਪਿੱਛੇ ਇਤਿਹਾਸ ਹੈ, ਉਹ ਇਹ ਹੈ ਕਿ 1929 ਦੇ ਵਿੱਚ ਕਾਂਗਰਸ ਦਾ ਇੱਕ ਅਧਿਵੇਸ਼ਨ ਹੁੰਦਾ ਹੈ ਲਾਹੌਰ ਰਾਵੀ ਦੇ ਨਦੀ ਦੇ ਕੰਢੇ ਦੇ ਉੱਪਰ ਔਰ ਉਸ ਅਧਿਵੇਸ਼ਨ ਦੇ ਵਿੱਚ ਇੱਕ ਫੈਸਲਾ ਲਿੱਤਾ ਜਾਂਦਾ ਹੈ ਕਿ ਸਾਡੀ ਆਜ਼ਾਦੀ ਦਾ ਜਿਹੜਾ ਉਦੇਸ਼ ਹੈ, ਸੁਤੰਤਰਤਾ ਦਾ ਜਿਹੜਾ ਉਦੇਸ਼ ਹੈ ਉਹ ਪੂਰਨ ਆਜ਼ਾਦੀ ਹੈ।
ਕਿਉਂਕਿ ਸਮੇਂ-ਸਮੇਂ ਤੇ ਉਦੇਸ਼ ਬਦਲਦੇ ਹੈ ਜੀ। ਔਰ ਉਸ ਅਧਿਵੇਸ਼ਨ ਦੇ ਵਿੱਚ ਇਹ ਫੈਸਲਾ ਹੁੰਦਾ ਕਿ ਅਸੀਂ ਪੂਰਨ ਆਜ਼ਾਦੀ ਜਿਹੜਾ ਆਪਣਾ ਮਿਸ਼ਨ, ਆਪਣਾ ਉਦੇਸ਼ ਰੱਖਣਾ ਹੈ ਔਰ ਹਰ ਸਾਲ 26 ਜਨਵਰੀ ਦਾ ਦਿਨ ਜਿਹੜਾ ਹੈ ਉਹ ਸੁਤੰਤਰਤਾ ਦਿਵਸ ਦੇ ਰੂਪ 'ਚ ਮਨਾਇਆ ਜਾਏਗਾ। ਉਸ ਦਿਨ ਨੂੰ ਯਾਦ ਰੱਖਣ ਦੇ ਲਈ ਸੰਵਿਧਾਨ ਸਭਾ ਨੇ ਯੂਨੈਨਿਮਸਲੀ ਡਿਸਾਈਡ ਕੀਤਾ ਕਿ ਅਸੀਂ ਜਿਹੜਾ ਕਨਸਟੀਟਿਊਸ਼ਨ ਹੈ ਇਹਨੂੰ 26 ਜਨਵਰੀ ਨੂੰ ਲਾਗੂ ਕਰਾਂਗੇ ਔਰ ਭਾਰਤ ਨੂੰ ਇੱਕ ਗਣਰਾਜ ਜਿਹੜਾ ਉਸ ਦਿਨ ਜਿਹੜਾ ਘੋਸ਼ਿਤ ਕੀਤਾ ਜਾਏਗਾ। ਔਰ ਡਾਕਟਰ ਰਜਿੰਦਰ ਪ੍ਰਸਾਦ ਜਿਹੜੇ ਹੈ ਉਹਨਾਂ ਨੂੰ ਪਹਿਲਾ ਰਾਸ਼ਟਰਪਤੀ ਜਿਹੜਾ ਉਹ 26 ਜਨਵਰੀ 1950 ਨੂੰ ਬਣਾਇਆ ਜਾਂਦਾ ਜੀ। ਤੇ ਜੇਕਰ ਅਸੀਂ ਗੱਲ ਕਰਦੇ ਹਾਂ ਆਪਣੇ ਸੰਵਿਧਾਨ ਦੀ, ਜਦੋਂ ਅਸੀਂ ਸੰਵਿਧਾਨ ਦੀਆਂ ਗੱਲਾਂ ਕਰਦੇ ਹਾਂ, ਉਹਦੇ ਧਿਆਨ ਮਾਰਦੇ ਹਾਂ ਤੇ ਸਾਡੇ ਜ਼ਿਹਨ ਦੇ ਵਿੱਚ ਇੱਕ ਨਾਮ ਬਹੁਤ ਵੱਡੀ ਸ਼ਖਸੀਅਤ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਨਾਮ ਆਉਂਦਾ ਹੈ। ਬਿਲਕੁਲ। ਡਾਕਟਰ ਭੀਮ ਰਾਓ ਅੰਬੇਦਕਰ ਜੀ ਬਾਬਾ ਸਾਹਿਬ ਦਾ ਜਿਹੜਾ ਇਸ ਸੰਵਿਧਾਨ ਨੂੰ ਲੈ ਕੇ ਉਹਨਾਂ ਦਾ ਜੋ ਰੋਲ ਸੀ, ਉਹਨਾਂ ਦੀ ਭੂਮਿਕਾ ਸੀ, ਅਸੀਂ ਉਸ ਦੇ ਬਾਰੇ ਵੀ ਜ਼ਿਕਰ ਕਰਨਾ ਚਾਹਾਂਗੇ। ਬਿਲਕੁਲ, ਤੁਹਾਡੀ ਗੱਲ ਠੀਕ ਹੈ। ਡਾਕਟਰ BR ਅੰਬੇਦਕਰ ਜੀ ਦਾ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਨੂੰ ਅਸੀਂ ਸੰਵਿਧਾਨ ਦਾ ਨਿਰਮਾਤਾ, ਸੰਵਿਧਾਨ ਦਾ ਪਿਤਾਮਾ ਆਖਦੇ ਹਾਂ, ਜਿਨ੍ਹਾਂ ਨੇ ਇਸ ਸੰਵਿਧਾਨ ਨੂੰ ਇੱਕ ਅਜਿਹਾ ਰੂਪ ਦਿੱਤਾ ਜਿਹੜਾ ਆਉਣ ਵਾਲੀ ਪੀੜ੍ਹੀਆਂ ਦੇ ਲਈ ਇੱਕ ਰਸਤਾ, ਇੱਕ ਮਾਰਗਦਰਸ਼ਨ ਦਾ ਕੰਮ ਕਰਦਾ ਹੈ ਜੀ। ਅਸਲ ਦੇ ਵਿੱਚ ਜਿਸ ਵੇਲੇ ਸੰਵਿਧਾਨ ਬਣਾਉਣਾ ਸੀ ਉਸ ਵੇਲੇ ਕਈ ਤਰ੍ਹਾਂ ਦੇ ਸੁਜੈਸ਼ਨ, ਕਈ ਤਰ੍ਹਾਂ ਦੀਆਂ ਸਲਾਹਾਂ ਆ ਰਹੀਆਂ ਸੀ। ਇੱਕ ਸਲਾਹ ਇਹ ਵੀ, ਇੱਕ ਸੁਜੈਸ਼ਨ ਆ ਰਿਹਾ ਸੀ ਕਿ ਸੰਵਿਧਾਨ ਕਿਸੇ ਵਿਦੇਸ਼ੀ ਵਿਦਵਾਨ ਦੇ ਕੋਲੋਂ ਬਣਵਾ ਲਿੱਤਾ ਜਾਵੇ। ਲੇਕਿਨ ਹੁੰਦਾ ਇਹ ਹੈ ਕਿ ਜਿਹੜੀ ਰਾਜਨੀਤਿਕ ਵਿਵਸਥਾ ਹੈ, ਜਿਹੜਾ ਸੰਵਿਧਾਨ ਹੈ, ਉਸਨੇ ਕੰਮ ਤਾਂ ਸਮਾਜਿਕ ਵਿਵਸਥਾ 'ਚ ਕਰਨਾ ਹੈ, ਸਮਾਜ ਦੇ ਵਿੱਚ ਉਸਨੇ ਕੰਮ ਕਰਨਾ ਹੈ। ਤਾਂ ਸੰਵਿਧਾਨ ਤਾਂ ਹੀ ਕਾਮਯਾਬ ਹੋ ਸਕਦਾ ਹੈ ਜੇ ਉਹਨੂੰ ਸਮਾਜ ਦੇ ਅਨੁਕੂਲ ਬਣਾਇਆ ਜਾਵੇ। ਜੇ ਉਹ ਸਮਾਜ ਤੋਂ ਅਲੱਗ ਬਣਦਾ ਹੈ, ਸਮਾਜ ਦੀਆਂ ਜ਼ਰੂਰਤਾਂ ਨੂੰ, ਸਮਾਜ ਦੀਆਂ ਚੁਣੌਤੀਆਂ ਨੂੰ ਅੱਗੇ ਲੈ ਕੇ ਨਹੀਂ ਚੱਲਦਾ, ਉਹਨਾਂ ਨੂੰ ਸਮਝਦਾ ਹੀ ਨਹੀਂ ਹੈ, ਫਿਰ ਉਹਦੀ ਕਾਮਯਾਬੀ ਤੇ ਨਿਸ਼ਚਿਤ ਤੌਰ ਤੇ ਕੁਐਸਚਨ ਮਾਰਕ ਲੱਗਦੇ ਆ। ਤੇ ਇਸ ਕਰਕੇ ਖੋਜ ਕੀਤੀ ਗਈ ਕਿ ਉਹ ਵਿਅਕਤੀ ਜਿਹਨੂੰ ਸਮਾਜ ਦੀ ਸਮਝ ਹੋਵੇ, ਭਾਰਤੀ ਸਮਾਜ ਦੇ ਵਿੱਚ ਜਿਹਨੂੰ ਪੂਰੀ ਜਾਣਕਾਰੀ ਹੋਵੇ, ਨਾਲ ਦੀ ਨਾਲ ਉਹ ਕਾਨੂੰਨ ਦਾ ਵੀ ਮਾਹਰ ਹੋਵੇ, ਦੁੱਖ ਤਕਲੀਫਾਂ ਜਾਣਦਾ ਹੋਵੇ, ਕਾਨੂੰਨ ਨੂੰ ਜਾਣਦਾ ਹੋਵੇ, ਕਾਨੂੰਨ ਨੂੰ ਵੀ ਜਾਣਦਾ ਹੋਵੇ। ਇਹ ਦੋ ਜਿਹੜੀਆਂ ਚੀਜ਼ਾਂ ਇਹ ਜ਼ਰੂਰੀ ਹੈ। ਤਾਂ ਉਹ ਸਾਰੀਆਂ ਜਿਹੜੀਆਂ ਇਹ ਦੋ ਕੰਡੀਸ਼ਨ ਸੀ ਡਾਕਟਰ BR ਅੰਬੇਦਕਰ ਪੂਰੀਆਂ ਕਰਦੇ ਸੀ ਔਰ ਉਹਨਾਂ ਤੋਂ ਵੱਡਾ ਕੋਈ ਕਾਨੂੰਨ ਦਾ ਔਰ ਸਮਾਜ ਨੂੰ ਸਮਝਣ ਵਾਲਾ ਨਹੀਂ ਸੀ। ਤਾਂ ਸੰਵਿਧਾਨ ਦੇ ਵਿੱਚ, ਸੰਵਿਧਾਨ ਸਭਾ ਦੇ ਵਿੱਚ ਲਗਭਗ 22 ਕਮੇਟੀਆਂ ਬਣਦੀਆਂ। ਇੱਕ ਕਮੇਟੀ ਬਣਦੀ ਹੈ ਮਸੌਦਾ ਕਮੇਟੀ, ਜਿਹਨੂੰ ਅਸੀਂ ਡਰਾਫਟਿੰਗ ਕਮੇਟੀ ਆਖਦੇ ਹਾਂ। ਇਸ ਕਮੇਟੀ ਦੀ ਦੇਖ ਰੇਖ ਜਿਹੜੀ ਹੈ ਡਾਕਟਰ BR ਅੰਬੇਦਕਰ ਕਰਦੇ ਆ ਔਰ ਸਾਰੀਆਂ ਕਮੇਟੀਆਂ ਨੇ ਆਪਣੀ ਰਿਪੋਰਟ ਜਿਹੜੀ ਹੈ ਡਰਾਫਟਿੰਗ ਕਮੇਟੀ ਨੂੰ ਸਬਮਿਟ ਕੀਤੀ ਹੈ ਔਰ ਡਰਾਫਟਿੰਗ ਕਮੇਟੀ ਨੇ ਕਨਸਟੀਟਿਊਸ਼ਨ ਦਾ ਫਾਈਨਲ ਡਰਾਫਟ ਜਿਹੜਾ ਉਹ ਤਿਆਰ ਕੀਤਾ, ਅੰਤਮ ਸ਼ੋਹਾਂ ਦੇਣੀਆਂ। ਬਿਲਕੁਲ, ਉਹ ਤਿਆਰ ਕੀਤਾ। ਇਹ ਜ਼ਿੰਮੇਵਾਰੀ ਡਾਕਟਰ BR ਅੰਬੇਦਕਰ ਜੀ ਦੀ ਸੀ ਔਰ ਲਗਭਗ ਕਹਿ ਲਓ ਕਿ ਜਿਹੜੀ ਸੰਵਿਧਾਨ ਸਭਾ ਸੀ ਉਹਨਾਂ ਦੇ ਸਦੱਸਿਆਂ ਨੂੰ 60 ਕੰਟਰੀਜ਼ ਦੇ, 60 ਦੇਸ਼ਾਂ ਦੇ ਸੰਵਿਧਾਨ ਜਿਹੜੇ ਹੈ ਉਹ ਦਿੱਤੇ ਗਏ ਸੀਗੇ, ਕਾਪੀਜ਼ ਕਰਵਾ ਕੇ ਉਹਨਾਂ ਨੂੰ ਦਿੱਤੇ ਗਏ ਸੀ ਕਿ ਤੁਸੀਂ ਇਹਨਾਂ ਨੂੰ ਸਟੱਡੀ ਕਰੋ। ਔਰ ਡਾਕਟਰ BR ਅੰਬੇਦਕਰ ਜੀ ਨੇ ਵੀ ਲਗਭਗ ਸਾਰੇ ਸੰਵਿਧਾਨ ਜਿਹੜੇ ਆ ਉਹ ਉਹਨਾਂ ਨੂੰ ਪੜ੍ਹਿਆ ਹੋਇਆ ਸੀ, ਕਾਨੂੰਨ ਦੇ ਮਾਹਰ ਸੀ ਔਰ ਉਹਨਾਂ ਨੇ ਆਪਣੀ ਟੀਮ ਦੇ ਨਾਲ ਕਨਸਟੀਟਿਊਸ਼ਨ ਦਾ ਜਿਹੜਾ ਫਾਈਨਲ ਡਰਾਫਟ ਹੈ ਉਹਨੂੰ ਤਿਆਰ ਕੀਤਾ ਔਰ ਉਹਦੇ ਤੇ ਲਗਭਗ ਬਹੁਤ ਲੰਬੀ ਡਿਸਕਸ਼ਨ ਉਸ ਤੇ ਹੋਈ ਔਰ 7000 ਦੇ ਕਰੀਬ ਅਮੈਂਡਮੈਂਟਸ ਪ੍ਰਪੋਜ਼ ਕੀਤੀਆਂ ਗਈਆਂ, 2000 ਅਮੈਂਡਮੈਂਟ ਜਿਹੜੀਆਂ ਇਨਕਾਰਪੋਰੇਟ ਕੀਤੀਆਂ ਗਈਆਂ ਔਰ ਫਾਈਨਲੀ ਉਸ ਕਨਸਟੀਟਿਊਸ਼ਨ ਨੂੰ ਜਿਹੜਾ ਉਹ ਅਡਾਪਟ ਕੀਤਾ ਗਿਆ 26 ਨਵੰਬਰ 1949 ਦੇ ਵਿੱਚ। ਤੇ ਡਾਕਟਰ BR ਅੰਬੇਦਕਰ ਜੀ ਦਾ ਯੋਗਦਾਨ ਜਿਹੜਾ ਉਹ ਵੱਡਮੁੱਲਾ ਯੋਗਦਾਨ ਹੈ। ਉਹਨਾਂ ਨੂੰ ਭਾਰਤ ਦੇ ਅਤੀਤ ਬਾਰੇ, ਭਾਰਤ ਦੇ ਵਰਤਮਾਨ ਪਰਿਸਥਿਤੀਆਂ ਬਾਰੇ ਔਰ ਭਾਰਤ ਦੇ ਭਵਿੱਖ ਬਾਰੇ ਪੂਰਾ ਚਾਨਣ ਸੀ ਔਰ ਉਹਨਾਂ ਦੀ ਵਿਅਕਤੀਤਵ ਦੀ ਪੂਰੀ ਝਲਕ ਜਿਹੜੀ ਹੈ ਅਸੀਂ ਕਨਸਟੀਟਿਊਸ਼ਨ ਦੇ ਵਿੱਚ ਦੇਖ ਸਕਦੇ ਹਾਂ ਔਰ ਜਿਸ ਵੇਲੇ ਕਨਸਟੀਟਿਊਸ਼ਨ ਤਿਆਰ ਹੁੰਦਾ ਹੈ, ਕਨਸਟੀਟਿਊਐਂਟ ਅਸੈਂਬਲੀ ਨੂੰ ਤਿਆਰ ਕਰਦੀ ਹੈ, ਉਸ ਵੇਲੇ ਇਸ ਕਨਸਟੀਟਿਊਸ਼ਨ ਨੂੰ ਹੱਥ ਦੇ ਨਾਲ ਲਿਖਿਆ ਜਾਂਦਾ ਹੈ। ਇਹਦੀ ਪ੍ਰਿੰਟ ਕਾਪੀ ਵੀ ਆਉਂਦੀ ਹੈ। ਪ੍ਰੇਮ ਬਿਹਾਰੀ ਨਾਰਾਇਣ ਰਾਇਜਾਦਾ ਇੱਕ ਬਹੁਤ ਵੱਡੇ ਕੈਲੀਗ੍ਰਾਫਰ ਹੋਏ ਆ ਔਰ ਉਹ ਇਸ ਕਨਸਟੀਟਿਊਸ਼ਨ ਨੂੰ ਹੱਥ ਨਾਲ ਲਿਖਦੇ ਆ। ਔਰ ਇਹਦੇ ਵਿੱਚ ਬਹੁਤ ਖੂਬਸੂਰਤ ਚਿੱਤਰਕਾਰੀ ਵੀ ਦੇਖਣ ਨੂੰ ਮਿਲਦੀ ਹੈ। ਹਰ ਇੱਕ ਪੇਜ ਜਿਹੜਾ ਕਨਸਟੀਟਿਊਸ਼ਨ ਦਾ ਉਹਦੇ ਵਿੱਚ ਉਹਨੂੰ ਪ੍ਰੋਪਰਲੀ ਡਿਜ਼ਾਈਨ ਕੀਤਾ ਗਿਆ ਔਰ ਇਹਦੇ ਵਿੱਚ ਸ਼ਾਂਤੀ ਨਿਕੇਤਨ ਦੇ ਜਿਹੜੇ ਕਲਾਕਾਰ ਹੈ ਨੰਦ ਲਾਲ ਬੋਸ ਔਰ ਉਹਨਾਂ ਦੀ ਟੀਮ ਨੇ ਬਹੁਤ ਕੰਮ ਕੀਤਾ ਔਰ ਹਰ ਇੱਕ ਪੇਜ ਨੂੰ ਡੈਕੋਰੇਟ ਕੀਤਾ ਗਿਆ, ਡਿਜ਼ਾਈਨ ਕੀਤਾ ਗਿਆ ਔਰ ਬਹੁਤ ਖੂਬਸੂਰਤ ਚਿੱਤਰਕਾਰੀ ਇਹਦੇ ਵਿੱਚ ਜਿਹੜੀ ਹੈ ਇਨਕਾਰਪੋਰੇਟ ਕੀਤੀ ਗਈ। ਇਹ ਸਾਰਾ ਕੁਝ ਕਨਸਟੀਟਿਊਐਂਟ ਅਸੈਂਬਲੀ ਦੀ ਡਿਸਕਸ਼ਨਸ ਔਰ ਡਿਬੇਟਸ ਦੇ ਨਾਲ ਫਾਈਨਲ ਹੋਇਆ ਔਰ ਉਸ ਤੋਂ ਬਾਅਦ ਇਸ ਕਨਸਟੀਟਿਊਸ਼ਨ ਦੇ ਉੱਪਰ 284 ਮੈਂਬਰਸ ਦੇ ਸਾਈਨ ਹੋਏ। ਦੋ ਕਾਪੀਆਂ ਦੇ ਉੱਪਰ ਅਸੀਂ ਸਾਈਨ ਦੇਖਦੇ ਹਾਂ, ਹਿੰਦੀ ਦੇ ਵਿੱਚ ਵੀ ਔਰ ਇੱਕ ਕਾਪੀ ਜਿਹੜੀ ਇੰਗਲਿਸ਼ 'ਚ ਤਿਆਰ ਕੀਤੀ ਗਈ। ਦੋਨੋਂ ਭਾਸ਼ਾਵਾਂ ਦੇ ਵਿੱਚ ਹੱਥ ਲਿਖਤੇ ਆ। ਬਿਲਕੁਲ। ਔਰ ਇਸ ਕਨਸਟੀਟਿਊਸ਼ਨ ਨੂੰ ਜਿਹੜੀਆਂ ਇਹਦੀਆਂ ਓਰੀਜਨਲ ਕਾਪੀਜ਼ ਹੈ ਪਾਰਲੀਮੈਂਟ ਦੀ ਲਾਇਬ੍ਰੇਰੀ 'ਚ ਪ੍ਰੀਜ਼ਰਵ ਕਰਕੇ, ਖਾਸ ਅਲਮੀਰਾਜ਼ ਦੇ ਵਿੱਚ ਉਹਨੂੰ ਪ੍ਰੀਜ਼ਰਵ ਕਰਕੇ ਰੱਖਿਆ ਗਿਆ ਔਰ ਅੱਜ ਵੀ
ਜਿਹੜੇ ਲੋਕ ਪਾਰਲੀਮੈਂਟ 'ਚ ਜਾਂਦੇ ਆ ਉਹਨਾਂ ਦਾ ਆਕਰਸ਼ਣ ਦਾ ਕੇਂਦਰ ਹੁੰਦਾ ਕਿ ਅਸੀਂ ਉਹ ਹੱਥ ਲਿਖੇ ਸੰਵਿਧਾਨ ਜਿਹੜਾ ਉਹਨੂੰ ਜ਼ਰੂਰ ਵੇਖੀਏ। ਡਾਕਟਰ ਸਾਹਿਬ ਇੰਨਾ ਵੱਡਾ ਇੱਕ ਇਤਿਹਾਸਕ ਦਸਤਾਵੇਜ਼ ਲਿਖਣਾ, ਉਹਦੇ ਵਾਸਤੇ ਤਾਂ ਫਿਰ ਪੈਨ ਵੀ ਬਹੁਤ ਲੱਗਦਾ ਹੋਣਾ। ਬਿਲਕੁਲ ਬਿਲਕੁਲ, ਇਹ ਕਿਹਾ ਜਾਂਦਾ ਹੈ ਕਿ ਲਗਭਗ 250 ਦੇ ਕਰੀਬ ਨਿਬਸ ਜਿਹੜੀਆਂ ਪੈਨ ਜਿਹੜੇ ਆ ਉਹ ਨਿਬਸ ਯੂਜ਼ ਹੋਈਆਂ ਔਰ ਉਹਨਾਂ ਨੂੰ ਵੀ ਪ੍ਰੀਜ਼ਰਵ ਕੀਤਾ ਗਿਆ ਜੀ। ਇਹ ਬਹੁਤ ਚੰਗੀ ਗੱਲ ਹੈ ਕਿ ਸਾਡੇ ਇਤਿਹਾਸ ਨੂੰ ਜੇਕਰ ਸਾਡੇ ਬੱਚੇ ਆ ਉੱਥੇ ਜਾ ਕੇ ਦੇਖਣਗੇ ਔਰ ਉਹਨਾਂ ਨੂੰ ਚੰਗਾ ਲੱਗੇਗਾ ਆਪਣੇ ਇਤਿਹਾਸ ਦੇ ਨਾਲ ਵਾਬਸਤਾ ਹੋਣਾ। ਔਰ ਜੇਕਰ ਅਸੀਂ ਗੱਲ ਕਰੀਏ, ਅਸੀਂ ਇੱਥੇ ਇਹ ਗੱਲਾਂ ਕਰ ਰਹੇ ਹਾਂ ਜੀ ਇਸ ਕਰਕੇ ਕਰ ਰਹੇ ਹਾਂ ਕਿ ਸਾਡੇ ਜਿਹੜੇ ਦਰਸ਼ਕ ਨੇ, ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਜਿਹੜੀ ਗਣਤੰਤਰ ਤੇ ਸੁਤੰਤਰ ਦਿਵਸ ਦੇ ਵਿੱਚ ਫਰਕ ਅੱਜ ਕਰਨਾ ਭੁੱਲ ਗਈ ਹੈ, ਉਹਨਾਂ ਨੂੰ ਕੁਝ ਪਤਾ ਲੱਗ ਸਕੇ ਕਿ ਕੱਲ ਨੂੰ ਅਸੀਂ ਆਪਣਾ ਗਣਤੰਤਰ ਦਿਵਸ ਮਨਾਉਣਾ ਹੈ ਔਰ ਇਹਦੇ ਮਾਇਨੇ ਕੀ ਨੇ, ਇਹਦੇ ਵਿੱਚ ਅਸਲ ਪਿਛਲਾ ਮਨੋਰਥ ਕੀ ਹੈ। ਤੇ ਜੇਕਰ ਅਸੀਂ ਆਪਣੇ ਸੰਵਿਧਾਨ ਦੀ ਗੱਲ ਕਰਦੇ ਹਾਂ, ਸੰਵਿਧਾਨ ਸਾਡਾ 26 ਜਨਵਰੀ 1950 ਨੂੰ ਜੇਕਰ ਲਾਗੂ ਹੁੰਦਾ ਹੈ, ਅਸੀਂ ਉਹ ਦਿਨ ਬੜੇ ਚਾਵਾਂ ਦੇ ਨਾਲ ਮਨਾਉਂਦੇ ਹਾਂ ਤੇ ਇਸ ਚੀਜ਼ ਦਾ ਵੀ ਕੋਈ ਮਕਸਦ ਹੋਏਗਾ, ਸੰਵਿਧਾਨ ਦਾ ਵੀ ਕੋਈ ਉਦੇਸ਼ ਆ, ਵਿਜ਼ਨ ਆ, ਅਸੀਂ ਉਹ ਵੀ ਜਾਣਨਾ ਚਾਹੁੰਦੇ ਹਾਂ। ਦੇਖੋ, ਭਾਰਤ ਦਾ ਜਿਹੜਾ ਸੰਵਿਧਾਨ ਹੈ ਇਹਦਾ ਵਿਜ਼ਨ ਜਾਣਨ ਦੇ ਲਈ ਅਗਰ ਅਸੀਂ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਵੇਖ ਲਈਏ ਤੇ ਸਾਰਾ ਕੁਝ ਕਲੀਅਰ ਹੋ ਜਾਂਦਾ। ਅੱਛਾ ਜੀ। ਪ੍ਰਸਤਾਵਨਾ ਸ਼ੁਰੂ ਹੁੰਦੀ ਹੈ ਵੀ ਦ ਪੀਪਲ ਆਫ ਇੰਡੀਆ, ਅਸੀਂ ਭਾਰਤ ਦੇ ਲੋਕ। ਔਰ ਇੱਥੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਭਾਰਤ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਸ਼ਕਤੀ ਹੈ ਉਹ ਲੋਕਾਂ ਦੇ ਕੋਲ ਹੈ। ਪਹਿਲਾ ਸੈਂਟੈਂਸ ਹੀ ਇਹੀ ਹੈ, ਅਸੀਂ ਭਾਰਤ ਦੇ ਲੋਕ। ਔਰ ਪ੍ਰਸਤਾਵਨਾ ਦੇ ਵਿੱਚ ਸੁਤੰਤਰਤਾ, ਸਮਾਨਤਾ, ਭਾਈਚਾਰਾ, ਨਿਆਏ, ਇਹਨਾਂ ਸਾਰੀਆਂ ਚੀਜ਼ਾਂ ਦੀ ਗੱਲ ਕੀਤੀ ਗਈ ਹੈ ਜੀ। ਔਰ ਨਾਲ ਦੀ ਨਾਲ ਇਹ ਕਿਹਾ ਗਿਆ ਹੈ ਕਿ ਭਾਰਤ ਇੱਕ ਪ੍ਰਭੂ ਸੱਤਾਧਾਰੀ ਗਣਰਾਜ ਹੋਏਗਾ, ਲੋਕਤੰਤਰਿਕ ਵਿਵਸਥਾ ਹੋਏਗੀ, ਧਰਮ ਨਿਰਪੱਖ ਹੋਏਗਾ ਔਰ ਸਮਾਜਵਾਦੀ। ਇਹਨਾਂ ਉਦੇਸ਼ਾਂ ਨੂੰ ਸੰਵਿਧਾਨ ਦੀ ਪ੍ਰਸਤਾਵਨਾ 'ਚ ਸਪਸ਼ਟ ਕੀਤਾ ਗਿਆ। ਇੱਕ ਚੀਜ਼ ਹੋਰ ਬੜੀ ਇੰਪੋਰਟੈਂਟ ਹੈ ਜਿਹੜੀ ਕਿ ਇਸ ਪ੍ਰਸਤਾਵਨਾ 'ਚ ਸਾਨੂੰ ਵੇਖਣ ਨੂੰ ਮਿਲਦੀ ਹੈ, ਉਹ ਹੈ ਇਨਸਾਨ ਦੀ ਪ੍ਰਤਿਸ਼ਠਾ, ਇਨਸਾਨ ਦੀ ਮਰਿਆਦਾ, ਇਨਸਾਨ ਦੀ ਪ੍ਰੈਸਟੀਜ, ਹਿਊਮਨ ਪ੍ਰੈਸਟੀਜ ਦੀ ਗੱਲ ਜਿਹੜੀ ਹੈ ਉਹ ਇਹਦੇ ਸਾਨੂੰ ਦੇਖਣ ਨੂੰ ਮਿਲਦੀ ਹੈ ਜੀ। ਉਸ ਤੋਂ ਲੈ ਕੇ ਨਾਲ ਦੀ ਨਾਲ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਗੱਲ ਜਿਹੜੀ ਹੈ ਸਾਨੂੰ ਸੰਵਿਧਾਨ ਦੀ ਪ੍ਰਸਤਾਵਨਾ 'ਚ ਵੇਖਣ ਨੂੰ ਮਿਲਦੀ ਹੈ। ਉਹ ਡੇਟ ਦਾ ਇਸ ਜ਼ਿਕਰ ਕੀਤਾ ਗਿਆ ਜਿਸ ਡੇਟ ਨੂੰ ਕਨਸਟੀਟਿਊਸ਼ਨ ਅਡਾਪਟ ਕੀਤਾ ਗਿਆ, 26 ਨਵੰਬਰ 1949। ਅਗਰ ਅਸੀਂ ਇਸ ਪ੍ਰਸਤਾਵਨਾ ਨੂੰ ਦੇਖਦੇ ਹਾਂ, ਇਸ ਹੋਲਿਸਟਿਕ ਵਿਊ ਨੂੰ ਦੇਖਦੇ ਹਾਂ ਤੇ ਸਪਸ਼ਟ ਹੋ ਜਾਂਦਾ ਹੈ ਕਿ ਸੰਵਿਧਾਨ ਬਣਾਉਣ ਵਾਲੇ ਇਸ ਗੱਲ ਤੋਂ ਬੜੇ ਕਲੀਅਰ ਸੀ ਕਿ ਸਾਡਾ ਸੰਵਿਧਾਨ ਦਾ ਉਦੇਸ਼ ਕੀ ਹੈ। ਡਾਕਟਰ BR ਅੰਬੇਦਕਰ ਜੀ ਨੇ ਇਹ ਗੱਲ ਬੜੀ ਸਾਫ਼ ਕੀਤੀ ਹੈ ਕਿ ਕਨਸਟੀਟਿਊਐਂਟ ਅਸੈਂਬਲੀ ਦੇ ਜਿੰਨੇ ਵੀ ਸਦੱਸਿਆ ਹੈ ਉਹਨਾਂ ਸਾਰੇ ਸਦੱਸਿਆਂ ਦੇ ਆਪਣੇ ਆਪਣੇ ਸੁਪਨੇ ਆ ਔਰ ਉਹਨਾਂ ਸੁਪਨਿਆਂ ਨੂੰ, ਉਹਨਾਂ ਦੀਆਂ ਉਮੀਦਾਂ ਨੂੰ ਅਸੀਂ ਇੱਕ ਸਾਰ ਦੇ ਵਿੱਚ ਪਰੋ ਦਿੱਤਾ ਹੈ ਔਰ ਪਰੋ ਕੇ ਪ੍ਰਸਤਾਵਨਾ ਦੇ ਰੂਪ 'ਚ ਤੁਹਾਡੇ ਸਾਹਮਣੇ ਪੇਸ਼ ਕਰਤਾ ਹੈ ਔਰ ਉਹ ਯੂਨੈਨੀਮਸਲੀ ਅਡਾਪਟ ਹੁੰਦੀ ਹੈ ਜੀ। ਔਰ ਅੱਜ ਵੀ ਅਗਰ ਅਸੀਂ ਪ੍ਰਸਤਾਵਨਾ ਨੂੰ ਪੜ੍ਹਾਂਗੇ ਤਾਂ ਸਾਡਾ ਵਿਜ਼ਨ ਕਲੀਅਰ ਹੋ ਜਾਂਦਾ ਹੈ। ਚਾਹੇ ਉਹ ਫਰਾਂਸ ਦੀ ਕ੍ਰਾਂਤੀ ਦੇ ਉਦੇਸ਼ ਹੈ ਜਿਹਦੇ ਵਿੱਚ ਗੱਲ ਕੀਤੀ ਗਈ ਸੀ ਸੁਤੰਤਰਤਾ ਦੀ, ਸਮਾਨਤਾ ਦੀ, ਭਾਈਚਾਰੇ ਦੀ, ਅਸੀਂ ਨਾਲ ਨਿਆਂ ਵੀ ਜੋੜਿਆ। ਉਹ ਪ੍ਰਸਤਾਵਨਾ ਪੜ੍ਹੋ, ਉਹ ਬਿਲਕੁਲ ਸਪਸ਼ਟ ਕਰ ਦਿੰਦੀ ਹੈ ਕਿ ਭਾਰਤ ਜਿਹੜਾ ਹੈ ਉਹਦਾ ਉਦੇਸ਼ ਕੀ ਹੈ। ਔਰ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਕਿ ਪ੍ਰਸਤਾਵਨਾ ਸੰਵਿਧਾਨ ਦੀ ਕੁੰਜੀ ਹੈ, ਸੰਵਿਧਾਨ ਦੀ ਆਤਮਾ ਹੈ। ਉਹਨੂੰ ਪੜ੍ਹ ਕੇ ਅਸੀਂ ਸੰਵਿਧਾਨ ਦੇ ਉਦੇਸ਼ਾਂ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਸਮਝ ਸਕਦੇ ਹਾਂ ਜੀ। ਔਰ ਇਹ ਸੰਵਿਧਾਨ ਕਿਵੇਂ ਤਿਆਰ ਹੋਇਆ, ਇਸ ਦੇ ਵਿੱਚ ਕੀ ਸਾਡੇ ਵਾਸਤੇ ਲਿਖਿਆ ਹੋਇਆ, ਕੀ ਸਾਡੇ ਵਾਸਤੇ ਇਹ ਲਿਖਿਆ ਹੋਇਆ ਕਿ ਅਸੀਂ ਕਰਨਾ ਕੀ ਨਹੀਂ ਕਰਨਾ, ਸਾਡੇ ਅਧਿਕਾਰ ਕੀ ਨੇ, ਸਾਡੇ ਫਰਜ਼ ਕੀ ਨੇ, ਬਹੁਤ ਸਾਰੀਆਂ ਗੱਲਾਂ ਬਾਤਾਂ ਆਪਾਂ ਹੋਰ ਵੀ ਕਰਾਂਗੇ। ਡਾਕਟਰ ਸਾਹਿਬ, ਇਸ ਵੇਲੇ ਆਪਾਂ ਇੱਕ ਦੇਸ਼ ਪਿਆਰ ਦਾ ਗੀਤ ਦੇਖਦੇ ਹਾਂ, ਉਸ ਤੋਂ ਬਾਅਦ ਆਪਾਂ ਆਪਣੀ ਗੱਲਬਾਤ ਮੁੜ ਜਾਰੀ ਰੱਖਾਂਗੇ। ਤੁਸੀਂ ਵੀ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ। ਦੇਸ਼ਾਂ ਨਾਲੋਂ ਚੰਗਾ ਸਾਡਾ ਦੇਸ਼ ਹੈ ਮਹਾਨ, ਸਾਰੇ ਦੇਸ਼ਾਂ ਨਾਲੋਂ ਚੰਗਾ ਸਾਡਾ ਦੇਸ਼ ਹੈ ਮਹਾਨ। ਜਿੱਥੇ ਝੂਲਦਾ ਤਿਰੰਗਾ, ਜਿੱਥੇ ਝੂਲਦਾ ਤਿਰੰਗਾ, ਸਾਡਾ ਦੇਸ਼ ਹੈ ਮਹਾਨ, ਸਾਡਾ ਦੇਸ਼ ਹੈ ਮਹਾਨ। ਸਾਰੇ ਦੇਸ਼ਾਂ ਨਾਲੋਂ ਚੰਗਾ ਸਾਡਾ ਦੇਸ਼ ਹੈ ਮਹਾਨ, ਸਾਰੇ ਦੇਸ਼ਾਂ ਨਾਲੋਂ ਚੰਗਾ ਸਾਡਾ ਦੇਸ਼ ਹੈ। ਮੰਦਿਰ ਮਸੀਤਾਂ ਜਿੱਥੇ ਗੁਰੂ ਦੇ ਦਵਾਰੇ, ਜਿੱਥੇ ਮੰਦਿਰ ਮਸੀਤਾਂ ਜਿੱਥੇ ਗੁਰੂ
ਦੇਸ਼ਾਂ ਨਾਲੋਂ ਚੰਗਾ ਸਾਡਾ ਦੇਸ਼ ਹੈ ਮਹਾਨ ਸਾਰੇ ਦੇਸ਼ਾਂ ਨਾਲੋਂ ਚੰਗਾ ਸਾਡਾ ਦੇਸ਼ ਹੈ ਮਹਾਨ ਜਿੱਥੇ ਝੂਲਦਾ ਤਿਰੰਗਾ ਜਿੱਥੇ ਝੂਲਦਾ ਤਿਰੰਗਾ ਸਾਡਾ ਦੇਸ਼ ਹੈ ਮਹਾਨ ਸਾਡਾ ਦੇਸ਼ ਹੈ ਮਹਾਨ ਸਾਰੇ ਦੇਸ਼ਾਂ ਨਾਲੋਂ ਚੰਗਾ ਸਾਡਾ ਦੇਸ਼ ਹੈ ਮਹਾਨ ਸਾਰੇ ਦੇਸ਼ਾਂ ਨਾਲੋਂ ਚੰਗਾ ਸਾਡਾ ਦੇਸ਼ ਹੈ ਹਿਮਾਲਾ ਸ਼ਾਨ ਨਾਲ ਇੱਕ ਗੱਡੀ ਜਿੱਥੇ ਖੜਾ ਹੈ ਹਿਮਾਲਾ ਸ਼ਾਨ ਨਾਲ ਇੱਕ ਗੱਡੀ ਇਹ ਸਾਰਿਆਂ ਤੋਂ ਉੱਚਾਏ ਦੀ ਹਸਤੀ ਹੈ ਵੱਡੀ ਇਹ ਸਾਰਿਆਂ ਤੋਂ ਉੱਚਾਏ ਦੀ ਹਸਤੀ ਹੈ ਵੱਡੀ ਕਿਹੜੀ ਕਿਹੜੀ ਗੱਲ ਕਹੀਏ ਕਿਹੜੀ ਕਿਹੜੀ ਗੱਲ ਕਹੀਏ ਸਭ ਹੋਵੇ ਨਾ ਵਿਆ ਸਭ ਹੋਵੇ ਨਾ ਵਿਆ ਸਾਰੇ ਦੇਸ਼ਾਂ ਨਾਲੋਂ ਚੰਗਾ ਸਾਡਾ ਦੇਸ਼ ਹੈ ਮਹਾਨ ਗੱਲਾਂ ਤੇ ਗੀਤ ਇਸ ਵੇਲੇ ਤੁਸੀਂ ਦੇਖ ਰਹੇ ਹੋ ਔਰ ਅਸੀਂ ਗੱਲਬਾਤ ਅੱਜ ਆਪਣੇ ਗਣਤੰਤਰ ਦਿਵਸ ਔਰ ਇਸ ਦੀ ਮਹਾਨਤਾ ਦੀ ਕਰ ਰਹੇ ਹਾਂ ਕਿਉਂਕਿ ਕੱਲ ਅਸੀਂ ਸਾਰਿਆਂ ਨੇ ਗਣਤੰਤਰ ਦਿਵਸ ਮਨਾਉਣਾ ਹੈ ਕਈਆਂ ਨੇ ਦਿੱਲੀ ਪਹੁੰਚਣਾ ਹੈ ਔਰ ਕਈਆਂ ਨੇ ਆਪਣੀਆਂ ਸੋਚਾਂ ਦੇ ਨਾਲ ਮਨ ਦੀਆਂ ਅੱਖਾਂ ਦੇ ਨਾਲ ਘਰੇ ਬੈਠੇ ਹੀ ਆਪਣੇ ਆਪ ਨੂੰ ਦਿੱਲੀ ਮਹਿਸੂਸ ਕਰਦੇ ਹਾਂ ਇਹਨਾਂ ਜਸ਼ਨਾਂ ਦੇ ਵਿੱਚ ਸ਼ਾਮਿਲ ਹੋਣਾ ਹੈ ਤੇ ਅਸੀਂ ਅੱਜ ਇਸੇ ਵਿਸ਼ੇ ਨੂੰ ਲੈ ਕੇ ਗੱਲਬਾਤ ਕਰ ਰਹੇ ਹਾਂ ਪ੍ਰੋਫੈਸਰ ਦਿਨੇਸ਼ ਅਰੋੜਾ ਜੀ ਦੇ ਨਾਲ ਰਾਜਨੀਤੀ ਸ਼ਾਸਤਰ ਦੇ ਮਾਹਰ ਨੇ ਔਰ ਸਾਨੂੰ ਬਹੁਤ ਸਾਰੀਆਂ ਗੱਲਾਂ ਬਾਤਾਂ ਦੱਸ ਰਹੇ ਨੇ ਔਰ ਜੇਕਰ ਅਸੀਂ ਗੱਲ ਕਰੀਏ ਪ੍ਰੋਫੈਸਰ ਸਾਹਿਬ ਕਿ ਵਾਪਸ ਅਸੀਂ ਜਦੋਂ ਕੋਈ ਕੰਮ ਕਰਨਾ ਹੋਵੇ ਕੋਈ ਵੀ ਕਿਸੇ ਤਰ੍ਹਾਂ ਦੀ ਜੇ ਮੰਨ ਲਓ ਅੱਜ ਤੁਸੀਂ ਇੱਥੇ ਸਾਡੇ ਨਾਲ ਆਉਣਾ ਹੀ ਸੀ ਤਿਆਰ ਹੋਏ ਆ ਬਹੁਤ ਸਾਰੀਆਂ ਚੀਜ਼ਾਂ ਇੱਧਰੋਂ ਉੱਧਰੋਂ ਇਕੱਠੀਆਂ ਕੀਤੀਆਂ ਕੋਈ ਮਕਾਨ ਬਣਾਉਣਾ ਹੋਵੇ ਇਮਾਰਤ ਤਿਆਰ ਕਰਨੀ ਹੋਵੇ ਉਹਦੇ ਵਾਸਤੇ ਵੀ ਬਹੁਤ ਸਾਰਾ ਸਮਾਨ ਸਾਨੂੰ ਇਕੱਤਰ ਕਰਨਾ ਪੈਂਦਾ ਤੇ ਸਾਡਾ ਸੰਵਿਧਾਨ ਜਿਹੜਾ ਜਿਸ ਨੂੰ ਅਸੀਂ ਇੱਕ ਜਿਉਂਦਾ ਜਾਗਦਾ ਦਸਤਾਵੇਜ਼ ਕਹਿੰਦੇ ਹਾਂ ਇੱਕ ਇਤਿਹਾਸਿਕ ਦਸਤਾਵੇਜ਼ ਉਹਨੂੰ ਤਿਆਰ ਕਰਨ ਦੇ ਵਾਸਤੇ ਤਾਂ ਬਹੁਤ ਸਾਰੇ ਸਾਨੂੰ ਸਰੋਤ ਲੱਗੇ ਹੋਣਗੇ ਸੋਮੇ ਹੋਣਗੇ ਉਹ ਕਿਹੜੇ ਕਿਹੜੇ ਸਰੋਤ ਸੀ ਕਿੱਥੋਂ ਕਿੱਥੋਂ ਇਕੱਤਰ ਹੋਏ ਬਿਲਕੁਲ ਇਹ ਗੱਲ ਬਿਲਕੁਲ ਠੀਕ ਹੈ ਕਿ ਜਿਸ ਵੇਲੇ ਸੰਵਿਧਾਨ ਬਣਾਇਆ ਗਿਆ ਬਹੁਤ ਸਾਰੇ ਸੋਮੇ ਬਹੁਤ ਸਾਰੇ ਸੋਤਰ ਜਿਹੜੇ ਆ ਉਹਨਾਂ ਦਾ ਪ੍ਰਯੋਗ ਕੀਤਾ ਗਿਆ ਲੇਕਿਨ ਇਹਨਾਂ ਦੇ ਵਿੱਚ ਜਿਹੜੀ ਚੀਜ਼ ਸਭ ਤੋਂ ਜ਼ਿਆਦਾ ਇੰਪੋਰਟੈਂਟ ਸੀ ਉਹ ਇਹ ਸੀ ਕਿ ਸੰਵਿਧਾਨ ਬਣਾਉਣ ਵਾਲੀ ਜਿਹੜੀ ਸਭਾ ਸੀ ਉਹਦੇ ਜਿਹੜੇ ਮੈਂਬਰ ਸੀ ਉਹ ਦੇਸ਼ ਪ੍ਰਤੀ ਸਮਰਪਿਤ ਸੀ ਉਹਨਾਂ ਦਾ ਜਿਹੜਾ ਵਿਜ਼ਨ ਸੀ ਨਾ ਜਿਹੜਾ ਉਦੇਸ਼ ਸੀ ਉਹ ਬਹੁਤ ਸਪਸ਼ਟ ਸੀ ਔਰ ਉਹਨਾਂ ਨੇ ਕੋਸ਼ਿਸ਼ ਇਹ ਕੀਤੀ ਕਿ ਸੰਵਿਧਾਨ ਦੇ ਵਿੱਚ ਜੋ ਬੈਸਟ ਤੋਂ ਬੈਸਟ ਹੋ ਸਕੇ ਉਹ ਇਨਕਲੂਡ ਕੀਤਾ ਜਾਵੇ ਜੋ ਦੇਸ਼ ਦੇ ਇੰਟਰਸਟ ਵਿੱਚ ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਕੀਤੀਆਂ ਜੀ ਲਗਭਗ 60 ਦੇਸ਼ਾਂ ਦੇ ਸੰਵਿਧਾਨ ਜਿਹੜੇ ਆ ਉਹ ਕੰਸਲਟ ਕੀਤੇ ਗਏ ਔਰ ਗਵਰਨਮੈਂਟ ਆਫ ਇੰਡੀਆ ਐਕਟ 1935 ਭਾਰਤ ਸਰਕਾਰ ਕਾਨੂੰਨ 1935 ਜਿਹੜਾ ਉਹਨੂੰ ਬੇਸ ਬਣਾਇਆ ਗਿਆ ਉਹਦੇ 'ਚ ਬਹੁਤ ਸਾਰਾ ਪਾਰਟ ਜਿਹੜਾ ਉਹਨੂੰ ਕਨਸਟੀਟਿਊਸ਼ਨ ਦੇ ਵਿੱਚ ਸ਼ਾਮਲ ਕੀਤਾ ਗਿਆ ਇਸ ਤੋਂ ਇਲਾਵਾ ਬ੍ਰਿਟਾਨੀਆ ਦਾ ਜਿਹੜਾ ਸੰਵਿਧਾਨ ਹੈ ਚਾਹੇ ਉਹ ਅਲਿਖਿਤ ਸੰਵਿਧਾਨ ਹੈ ਲੇਕਿਨ ਉੱਥੇ ਦੀਆਂ ਜਿਹੜੀਆਂ ਵਿਵਸਥਾਵਾਂ ਸੀ ਖਾਸ ਕਰਕੇ ਸੰਸਦੀय ਸਰਕਾਰ ਜਿਹੜੀ ਉੱਥੇ ਦੀ ਸਰਕਾਰ ਦਾ ਸਵਰੂਪ ਹੈ ਉਹਨੂੰ ਸੰਵਿਧਾਨ ਦੇ ਵਿੱਚ ਸ਼ਾਮਲ ਕੀਤਾ ਗਿਆ ਮੌਲਿਕ ਅਧਿਕਾਰਾਂ ਦਾ ਇੱਕ ਚੈਪਟਰ ਜਿਹੜਾ ਉਹ ਸੰਵਿਧਾਨ ਦੇ ਵਿੱਚ ਸ਼ਾਮਲ ਕੀਤਾ ਗਿਆ ਔਰ ਇਹਦਾ ਸਵਰੂਪ ਜਿਹੜਾ ਉਹ ਅਮਰੀਕਾ ਦੇ ਸੰਵਿਧਾਨ ਤੋਂ ਲਿਆ ਗਿਆ ਜਿਹੜੀ ਪ੍ਰਸਤਾਵਨਾ ਹੈ ਪ੍ਰੀਐਂਬਲ ਹੈ ਉਹਦਾ ਸਵਰੂਪ ਵੀ ਅਮਰੀਕਾ ਦੇ ਸੰਵਿਧਾਨ ਤੋਂ ਲਿਆ ਗਿਆ ਜੀ ਇਸ ਤੋਂ ਇਲਾਵਾ ਰਾਜ ਨੀਤੀ ਦੇ ਨਿਰਦੇਸ਼ਕ ਸਿਧਾਂਤ ਹੈ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਜਿਹੜੇ ਕਿ ਸਟੇਟ ਨੂੰ ਇੱਕ ਦਿਸ਼ਾ ਦਿਖਾਉਂਦੇ ਆ ਔਰ ਉਹਨਾਂ ਨੂੰ ਆਇਰਿਸ਼ ਕਨਸਟੀਟਿਊਸ਼ਨ ਤੋਂ ਉਹਨਾਂ ਦਾ ਸਵਰੂਪ ਲਿਆ ਗਿਆ ਇਹ ਜਦੋਂ ਮੈਂ ਗੱਲ ਕਰਦਾ ਨਾ ਕਿ ਸਵਰੂਪ ਇਸ ਦੇਸ਼ ਤੋਂ ਲਿਆ ਗਿਆ ਤਾਂ ਇੱਥੇ ਇੱਕ ਗੱਲ ਬੜੀ ਸਪਸ਼ਟ ਹੈ ਕਿ ਕਿਸੇ ਦੇਸ਼ ਤੋਂ ਲੈ ਕੇ ਉਹਦੀ ਵਿਵਸਥਾ ਨੂੰ ਅਸੀਂ ਇਹਦੇ ਵਿੱਚ ਸ਼ਾਮਲ ਨਹੀਂ ਕੀਤਾ ਅਸੀਂ ਉਹਦਾ ਸਵਰੂਪ ਲਿਆ ਪ੍ਰਭਾਵ ਲਿਆ ਉਹਦਾ ਬਿਲਕੁਲ ਉਹਦਾ ਕੀ ਚੰਗਾ ਹੋ ਸਕਦਾ ਹਾਂ ਉਹਨੂੰ ਭਾਰਤ ਦੀ ਪਰਿਸਥਿਤੀਆਂ ਦੇ ਅਨੁਸਾਰ ਢਾਲ ਕੇ ਸੰਵਿਧਾਨ ਦੇ ਵਿੱਚ ਸ਼ਾਮਲ ਕੀਤਾ ਗਿਆ ਔਰ ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰਦੇ ਹਾਂ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਦਾ ਮੈਥਡ ਹੈ ਸੰਵਿਧਾਨ ਦੇ ਵਿੱਚ ਕੰਕਰੈਂਟ ਲਿਸਟ ਹੈ ਸਾਂਝੀ ਸੂਚੀ ਹੈ ਕੇਂਦਰ ਔਰ ਰਾਜਾਂ ਦੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਲੱਗ-ਅਲੱਗ ਦੇਸ਼ਾਂ ਦੇ ਸੰਵਿਧਾਨ ਤੋਂ ਇਹਨਾਂ ਦਾ ਸਵਰੂਪ ਜਿਹੜਾ ਉਹ ਲਿਆ ਗਿਆ ਜੀ ਹੁਣ ਇੱਥੇ ਇੱਕ ਕੁਐਸਚਨ ਪੈਦਾ ਹੁੰਦਾ ਹੈ ਕਿ ਇਹ ਜਿਹੜਾ ਸਾਰੀ ਵਿਵਸਥਾ ਕੀਤੀ ਗਈ ਇਹ ਵਿਵਸਥਾ ਦਾ ਜਿਹੜੀ ਹੈ ਇਹਦਾ ਕੀ ਜਵਾਬ ਹੈ ਕਿਉਂ ਅਸੀਂ ਇੰਨਾ ਸਾਰਾ ਕੁਝ ਕੀਤਾ ਵੀ ਕਿਉਂ ਇਕੱਤਰ ਕੀਤਾ ਇਹਨਾਂ ਕਿਉਂ ਇੰਨਾ ਕੀਤਾ ਤਾਂ ਡਾਕਟਰ ਅੰਬੇਦਕਰ ਸੰਵਿਧਾਨ ਸਭਾ ਦੇ ਵਿੱਚ ਇਹਦਾ ਜਵਾਬ ਦਿੰਦੇ ਹੈ ਕਿ ਸਾਡਾ ਮਕਸਦ ਜਿਹੜਾ ਹੈ ਉਹ ਕੋਈ ਭਾਰਤ ਦੇ ਲਈ ਓਰੀਜਨਲ ਮੌਲਿਕ ਸੰਵਿਧਾਨ ਬਣਾਉਣਾ ਨਹੀਂ ਹੈ ਸਾਡਾ ਮਕਸਦ ਜਿਹੜਾ ਹੈ ਉਹ ਭਾਰਤ ਦੇ ਲਈ ਇੱਕ ਆਦਰਸ਼ ਸੰਵਿਧਾਨ ਬਣਾਉਣਾ ਹੈ ਜਿਹੜਾ ਕਿ ਭਾਰਤ ਦੀਆਂ ਪਰਿਸਥਿਤੀਆਂ ਦੇ ਅਨੁਸਾਰ ਹੋਵੇ
ਜੀ। ਔਰ ਇਹ ਜਿਹੜੇ ਸਿਧਾਂਤ ਹੈ, ਇਹ ਇਹ ਸਿਧਾਂਤ ਜਿੰਨੇ ਅਸੀਂ ਅਡਾਪਟ ਕੀਤੇ, ਯੂਨੀਵਰਸਲ ਸਿਧਾਂਤ ਹੈ ਜੀ। ਔਰ ਇਹਨਾਂ ਦਾ ਕਿਸੇ ਇੱਕ ਕੰਟਰੀ ਦਾ ਅਧਿਕਾਰ ਜਾਂ ਪੇਟੈਂਟ ਨਹੀਂ ਹੈ, ਔਰ ਇਹ ਯੂਨੀਵਰਸਲ ਸਿਧਾਂਤ ਹੈ ਜੋ ਭਾਰਤ ਦੇ ਲਈ ਉਪਯੁਕਤ ਹੈ। ਅਸੀਂ ਉਹ ਸਾਰੀਆਂ ਵਿਵਸਥਾਵਾਂ ਭਾਰਤ ਦੇ ਹਾਲਾਤਾਂ ਦੇ ਅਨੁਸਾਰ ਆਪਣੇ ਸੰਵਿਧਾਨ ਦੇ ਵਿੱਚ ਇਨਕਲੂਡ ਕੀਤੀਆਂ ਜੀ। ਤੋ ਇਸ ਕਰਕੇ ਭਾਰਤ ਦੇ ਸੰਵਿਧਾਨ ਦੇ ਸੂਤਰ ਬਹੁਤ ਸਾਰੇ ਆ, ਲੇਕਿਨ ਸਭ ਤੋਂ ਵੱਡਾ ਸੂਤਰ ਜਿਹੜਾ ਉਹ ਇਹੀ ਹੈ ਕਿ ਭਾਰਤ ਦੀ ਸੰਵਿਧਾਨ ਸਭਾ ਦੇ ਜਿਹੜੇ ਸਦੱਸਿਆ ਸੀ, ਉਹਨਾਂ ਦੀ ਦੂਰਦਰਸ਼ਿਤਾ, ਉਹਨਾਂ ਦਾ ਪਰਿਸ਼ਰਮ, ਉਹਨਾਂ ਦਾ ਤਿਆਗ ਜਿਹੜਾ ਉਹ ਬੜਾ ਮਾਇਨੇ ਰੱਖਦਾ ਹੈ। ਔਰ ਸਪਸ਼ਟ ਸੀ, ਉਹਨਾਂ ਨੂੰ ਪਤਾ ਸੀ ਕਿ ਅਸੀਂ ਦੇਸ਼ ਨੂੰ ਕਿਸ ਦਿਸ਼ਾ ਵੱਲ ਲੈ ਕੇ ਜਾਣਾ ਹੈ। ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਕਿਵੇਂ ਦਾ ਹੋਵੇਗਾ, ਇਹਦੇ ਯੂਥ ਜਿਹੜੇ ਹੈ ਉਹ ਕਿਵੇਂ ਦੇ ਹੋਣਗੇ, ਇਹਨਾਂ ਸਾਰੀਆਂ ਚੀਜ਼ਾਂ ਨੂੰ ਉਹਨਾਂ ਨੇ ਸੰਵਿਧਾਨ ਦੇ ਵਿੱਚ ਸਜੋ ਕੇ ਸਾਡੇ ਸਾਹਮਣੇ ਰੱਖਿਆ। ਜੀ, ਦੇਖੋ ਕਿੰਨੀ ਸੋਹਣੀ ਗੱਲ ਆ। ਬਿਲਕੁਲ, ਤੁਸੀਂ ਵੀ ਕਿੰਨੀ ਸੋਹਣੀ ਗੱਲ ਕਹੀ ਕਿ ਇਹ ਜਿੰਨੇ ਵੀ ਸੰਵਿਧਾਨ ਨੂੰ ਬਣਾਉਣ ਦੇ ਵਿੱਚ ਲੱਗੇ ਹੋਏ ਸੀ, ਇਹ ਸਾਰਿਆਂ ਦੀ ਇੱਕ ਸੁਰ ਸੀ, ਬਿਲਕੁਲ ਇੱਕ ਜੁੜਤਾ ਸੀ। ਔਰ ਸਭ ਤੋਂ ਵੱਡਾ ਉਦੇਸ਼ ਤੇ ਵਿਜ਼ਨ ਉਹਨਾਂ ਦਾ ਇਹੀ ਸੀ ਕਿ ਭਾਰਤ ਅੱਛੇ ਤਰੀਕੇ ਦੇ ਨਾਲ ਦੁਨੀਆ ਦਾ ਇੱਕ ਮੋਹਰੀ ਦੇਸ਼ ਬਣ ਸਕੇ, ਚੰਗੇ ਤਰੀਕੇ ਤੇ ਸਲੀਕੇ ਦੇ ਨਾਲ ਇਹਦੇ ਸ਼ਹਿਰੀ ਰਹਿ ਸਕਣ। ਤੇ ਜੇਕਰ ਅਸੀਂ ਗੱਲ ਕਰਦੇ ਹਾਂ ਭਾਰਤੀ ਸੰਵਿਧਾਨ ਦੇ ਮੁਤਾਬਕ, ਹਾਂਜੀ, ਸਰਬ ਉੱਚ ਕੌਣ ਹੈ ਜੀ, ਪ੍ਰਭੂ ਸੱਤਾ ਕਿਸ ਦੀ ਹੁੰਦੀ ਹੈ? ਦੇਖੋ ਭਾਰਤ ਦੇ ਵਿੱਚ ਅਗਰ ਅਸੀਂ ਸਰਵੋੱਚਤਾ ਦੀ ਗੱਲ ਕਰਦੇ ਹਾਂ, ਸਭ ਤੋਂ ਵੱਡੀ ਸ਼ਕਤੀ ਦੀ ਗੱਲ ਕਰਦੇ ਹਾਂ, ਤੇ ਭਾਰਤ ਦਾ ਸੰਵਿਧਾਨ ਆਪਣੀ ਪ੍ਰਸਤਾਵਨਾ 'ਚ ਹੀ ਕਲੀਅਰ ਕਰ ਦਿੰਦਾ ਹੈ, ਵੀ ਦਾ ਪੀਪਲ ਆਫ ਇੰਡੀਆ। ਤਾਂ ਸਾਰੀ ਸ਼ਕਤੀ ਜਿਹੜੀ ਹੈ ਉਹਦਾ ਕੇਂਦਰ ਲੋਕ ਹੈ। ਕੋਈ ਵੀ ਸਰਕਾਰ ਲੈ ਲਓ, ਕੋਈ ਵੀ ਵਿਵਸਥਾ ਲੈ ਲਓ, ਉਹਦੇ ਵਿੱਚ ਜਿਹਦੀ ਸ਼ੁਰੂਆਤ ਜਿਹੜੀ ਹੈ ਉਹ ਲੋਕਾਂ ਤੋਂ ਹੁੰਦੀ ਹੈ। ਜੀ। ਜੇ ਅਸੀਂ ਸਰਕਾਰ ਦੀ ਗੱਲ ਕਰਦੇ ਹਾਂ ਤਾਂ ਸਰਕਾਰ ਦੀ ਸ਼ੁਰੂਆਤ ਜਿਹੜੀ ਹੈ ਚੁਣਾਵਾਂ ਤੋਂ ਹੁੰਦੀ ਹੈ, ਤੇ ਚੁਣਾਵਾਂ ਦੇ ਵਿੱਚ ਲੋਕ ਹੀ ਡਿਸਾਈਡ ਕਰਦੇ ਆ ਕਿ ਕਿਹੜੀ ਸਰਕਾਰ ਬਣੇਗੀ। ਜੀ, ਠੀਕ ਹੈ। ਤਾਂ ਇਹਦਾ ਮਤਲਬ ਇਹ ਹੈ ਕਿ ਸਰਵੋੱਚ ਸ਼ਕਤੀ ਭਾਰਤ ਦੇ ਵਿੱਚ ਲੋਕਾਂ ਨੂੰ ਦਿੱਤੀ ਗਈ ਹੈ। ਬਿਲਕੁਲ ਜੀ। ਜੇਕਰ ਤੁਸੀਂ ਸਰਕਾਰ ਬਣਾਉਣ ਦੀ ਗੱਲ ਕੀਤੀ ਆ, ਵੋਟ ਪਾ ਕੇ ਸਰਕਾਰ ਅਸੀਂ ਬਣਾਉਂਦੇ ਆ, ਤੇ ਅੱਜ ਆਪਾਂ ਆਪਣੇ ਦਰਸ਼ਕਾਂ ਨੂੰ ਵੀ ਦੱਸ ਦਈਏ ਕਿ ਅੱਜ ਕੌਮੀ ਵੋਟਰ ਦਿਵਸ ਆਪਾਂ ਮਨਾ ਰਹੇ ਹਾਂ, ਔਰ ਤੁਸੀਂ ਸਾਰਿਆਂ ਨੇ ਵੋਟ ਵੀ ਪਾਉਣੀ ਹੈ, ਔਰ ਬਿਨਾਂ ਕਿਸੇ ਲਾਲਚ ਤੋਂ, ਬਿਨਾਂ ਕਿਸੇ ਡਰ ਤੋਂ, ਬਿਨਾਂ ਕਿਸੇ ਭੇਦਭਾਵ ਤੋਂ, ਕਿਉਂਕਿ ਤੁਹਾਡਾ ਇਹ ਅਧਿਕਾਰ ਹੈ ਔਰ ਸਾਡਾ ਇਹ ਅਧਿਕਾਰ ਸਾਨੂੰ ਸੰਵਿਧਾਨ ਦਿੰਦਾ ਹੈ। ਔਰ ਇਹ ਕੌਮੀ ਵੋਟਰ ਦਿਵਸ ਦੀ ਮਹੱਤਤਾ ਬਾਰੇ ਵੀ ਇੱਕ ਦੋ ਚਾਨਣਾ ਥੋੜਾ ਜਿਹਾ ਪਾ ਦਿਓ। 25 ਜਨਵਰੀ ਨੂੰ ਅਸੀਂ ਰਾਸ਼ਟਰੀ ਵੋਟਰਸ ਡੇ, ਨੈਸ਼ਨਲ ਵੋਟਰਸ ਡੇ ਮਨਾਉਂਦੇ ਹਾਂ, ਕਿਉਂਕਿ 25 ਜਨਵਰੀ 1950 ਨੂੰ ਭਾਰਤ ਦੇ ਚੋਣ ਕਮਿਸ਼ਨ ਜਿਹੜਾ ਉਹਨੂੰ ਸਥਾਪਿਤ ਕੀਤਾ ਗਿਆ ਸੀ। ਜੀ। ਤਾਂ ਸੰਵਿਧਾਨ ਦੀ ਧਾਰਾ 324 ਦੇ ਅੰਤਰਗਤ ਜਿਹੜਾ ਉਹ ਚੋਣ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਹੈ। ਜੀ। ਔਰ 2011 ਤੋਂ ਅਸੀਂ ਨੈਸ਼ਨਲ ਵੋਟਰਸ ਡੇ ਸੈਲੀਬ੍ਰੇਟ ਕਰ ਰਹੇ ਹਾਂ। ਇਹਦਾ ਮਕਸਦ ਇਹੀ ਹੈ ਕਿ ਲੋਕਾਂ ਨੂੰ ਅਧਿਕਾਰਾਂ ਦੇ ਨਾਲ ਨਾਲ ਉਹਨਾਂ ਦੇ ਕਰਤੱਵ, ਉਹਨਾਂ ਦੇ ਫਰਜ਼, ਰਾਈਟ ਟੂ ਵੋਟ, ਵੋਟ ਦਾ ਅਧਿਕਾਰ ਇੱਕ ਅਧਿਕਾਰ ਹੈ, ਲੇਕਿਨ ਨਾਲ ਦੀ ਨਾਲ ਇਹ ਜਿਹੜਾ ਇੱਕ ਫਰਜ਼ ਵੀ ਹੈ ਕਿ ਅਸੀਂ ਇਹਨੂੰ ਰਾਸ਼ਟਰ ਹਿੱਤ ਦੇ ਵਿੱਚ ਪ੍ਰਯੋਗ ਕਰੀਏ ਔਰ ਸਰਕਾਰ ਨਿਰਮਾਣ ਦੇ ਵਿੱਚ ਆਪਣੀ ਭੂਮਿਕਾ ਨਿਭਾਈਏ। ਜੀ। ਹੁਣ ਅਧਿਕਾਰਾਂ ਦੀ ਗੱਲ ਕੀਤੀ ਤੇ ਨਾਲੇ ਫਰਜ਼ਾਂ ਦੀ ਗੱਲ ਕੀਤੀ। ਇਹ ਸਾਡਾ ਸੰਵਿਧਾਨ ਸਾਨੂੰ ਸਾਡੇ ਅਧਿਕਾਰ ਵੀ ਸਿਖਾਉਂਦਾ ਹੈ, ਫਰਜ਼ ਵੀ ਸਿਖਾਉਂਦਾ ਹੈ। ਇਹ ਅਧਿਕਾਰ ਤੇ ਫਰਜ਼ਾਂ ਦਾ ਵਿਵਰਣ ਕਿਹੋ ਜਿਹਾ ਹੈ? ਦੇਖੋ, ਜਿਸ ਵੇਲੇ ਅਸੀਂ ਅਧਿਕਾਰਾਂ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਹ ਸਪਸ਼ਟ ਹੋਣਾ ਚਾਹੀਦਾ ਹੈ ਕਿ ਅਧਿਕਾਰ ਹੁੰਦੇ ਕੀ ਆ। ਅਧਿਕਾਰ ਅਸਲ ਦੇ ਵਿੱਚ ਇੱਕ ਅਜਿਹੀ ਵਿਵਸਥਾ ਹੈ, ਇੱਕ ਅਜਿਹਾ ਪ੍ਰਬੰਧ ਹੈ ਜਿਹਦਾ ਪ੍ਰਯੋਗ ਕਰਦੇ ਹੋਏ, ਜਿਹਨੂੰ ਮੰਨਦੇ ਹੋਏ ਤੁਸੀਂ ਆਪਣੀਆਂ ਯੋਗਤਾਵਾਂ ਨੂੰ ਵਿਕਸਿਤ ਕਰ ਸਕਦੇ ਹੋ। ਜੀ। ਬਹੁਤ ਸਾਰੀਆਂ ਯੋਗਤਾਵਾਂ ਵਿਅਕਤੀ ਦੇ ਵਿੱਚ ਹੁੰਦੀਆਂ, ਲੇਕਿਨ ਅਧਿਕਾਰ ਇੱਕ ਅਜਿਹਾ ਮਾਹੌਲ ਬਣਾ ਦਿੰਦੇ ਆ ਜਿਹਦੇ ਰਾਹੀਂ ਉਹ ਆਪਣੀਆਂ ਉਸ ਯੋਗਤਾਵਾਂ ਨੂੰ ਪ੍ਰਯੋਗ ਕਰਦੇ ਹੋਏ, ਕੁਆਲਿਟੀਜ਼ ਦਾ ਪ੍ਰਯੋਗ ਕਰਦੇ ਹੋਏ ਆਪਣਾ ਵਿਕਾਸ ਕਰ ਸਕਦਾ। ਜੀ। ਇਹ ਵਿਅਕਤੀ ਦੇ ਦਾਅਵੇ ਹੈ ਜਿਨ੍ਹਾਂ ਨੂੰ ਸਮਾਜ ਮਾਨਤਾ ਦਿੰਦਾ, ਹਾਂ ਇਹ ਅਧਿਕਾਰ ਮਿਲਣਾ ਚਾਹੀਦਾ, ਔਰ ਰਾਜ ਫਿਰ ਉਹਨਾਂ ਨੂੰ ਲਾਗੂ ਕਰਦਾ। ਤੋ ਜਿਸ ਵੇਲੇ ਅਸੀਂ ਸੁਤੰਤਰਤਾ ਅੰਦੋਲਨ ਚਲਾ ਰਹੇ ਸੀ, ਦੇਸ਼ ਦੀ ਆਜ਼ਾਦੀ ਦਾ ਸੰਘਰਸ਼ ਚੱਲ ਰਿਹਾ ਸੀ, ਬਹੁਤ ਸਾਰੇ ਅਧਿਕਾਰਾਂ ਦੀ ਮੰਗ ਹੋ ਰਹੀ ਸੀ। ਜੀ। ਔਰ ਜਦੋਂ ਸੰਵਿਧਾਨ ਬਣਾਉਣ ਦਾ ਮੌਕਾ ਮਿਲਿਆ ਤਾਂ ਇੱਕ ਸੁਨਹਿਰੀ ਮੌਕਾ ਸੀ ਕਿ ਅਸੀਂ ਆਪਣੇ ਸੰਵਿਧਾਨ ਦੇ ਵਿੱਚ ਅਧਿਕਾਰਾਂ ਨੂੰ ਸ਼ਾਮਲ ਕਰੀਏ। ਜੀ। ਔਰ ਇੱਕ ਪੂਰਾ ਚੈਪਟਰ ਸੰਵਿਧਾਨ ਦਾ ਤੀਸਰਾ ਭਾਗ ਜਿਹੜਾ ਪੂਰਾ ਦਾ ਪੂਰਾ ਅਧਿਕਾਰਾਂ ਨੂੰ ਡੈਡੀਕੇਟਡ ਹੈ। ਔਰ ਧਾਰਾ 12 ਤੋਂ ਲੈ ਕੇ 35 ਤੱਕ ਮੌਲਿਕ ਅਧਿਕਾਰ, ਮੁੱਢਲੇ ਅਧਿਕਾਰ ਜਿਨ੍ਹਾਂ ਤੋਂ ਬਿਨਾਂ ਵਿਕਾਸ ਨਹੀਂ ਹੋ ਸਕਦਾ, ਜਿਨ੍ਹਾਂ ਦੀ ਰਾਖੀ ਨਿਆਂਪਾਲਿਕਾ ਕਰਦੀ ਹੈ, ਪੂਰਾ ਦਾ ਪੂਰਾ ਚੈਪਟਰ ਜਿਹੜਾ ਉਹ ਸ਼ਾਮਲ ਕੀਤਾ ਗਿਆ 12 ਤੋਂ 35 ਤੱਕ। ਔਰ ਅਗਰ ਅਸੀਂ ਜੇ ਸੰਵਿਧਾਨ ਦੀ ਧਾਰਾ 12 ਔਰ 13 ਨੂੰ ਦੇਖੀਏ, ਜਿਸ 'ਚ ਰਾਜ ਦੀ ਪਰਿਭਾਸ਼ਾ ਦਿੱਤੀ ਗਈ ਹੈ ਔਰ ਨਾਲ ਲਿਖਿਆ ਗਿਆ ਕਿ ਇਹ ਅਧਿਕਾਰ ਸਰਵੋੱਚ ਹੈ, ਇਹਨਾਂ ਅਧਿਕਾਰਾਂ ਦੇ ਵਿਰੁੱਧ ਕੋਈ ਵੀ ਕੰਮ ਨਹੀਂ ਕੀਤਾ ਜਾ ਸਕਦਾ। ਜੀ। ਉਹਨਾਂ ਦੀ ਵਿਵਸਥਾ ਜਿਹੜੀ ਹੈ ਉਹ ਅਜਿਹੀ ਜਿਹੀ ਕੀਤੀ ਗਈ ਹੈ ਕਿ ਉਹਨਾਂ ਨੂੰ ਵਿਅਕਤੀ ਦੇ ਲਈ ਲਾਜ਼ਮੀ ਬਣਾਇਆ ਗਿਆ। ਜੀ। ਔਰ ਜੇ ਅਸੀਂ 14 ਤੋਂ 18 ਤੱਕ ਗੱਲ ਕਰੀਏ ਤਾਂ ਉਹਦੇ 'ਚ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ। ਇੱਥੇ ਦੇਖੋ ਤੁਸੀਂ ਡਾਕਟਰ BR ਅੰਬੇਦਕਰ ਜੀ ਦੀ ਦੂਰਦਰਸ਼ਿਤਾ, ਉਹ ਭਾਰਤ ਦੇ ਸਮਾਜ ਨੂੰ ਸਮਝਦੇ ਸੀ ਔਰ ਉਹਨਾਂ ਨੇ ਸਭ ਤੋਂ ਪਹਿਲਾ ਅਧਿਕਾਰ ਜਿਹੜਾ ਦਿੱਤਾ ਉਹ ਸਮਾਨਤਾ ਦਾ ਅਧਿਕਾਰ। ਜੀ, ਬਰਾਬਰਤਾ ਦਾ। ਸਾਰੇ ਬਰਾਬਰ ਔਰ ਕਿਸੇ ਕਿਸਮ ਦਾ ਕੋਈ ਭੇਦਭਾਵ ਨਹੀਂ ਹੈ। ਔਰ ਧਾਰਾ 14 ਤੋਂ ਲੈ ਕੇ 18 ਤੱਕ ਪੂਰੀ ਤਰ੍ਹਾਂ ਦੇ ਨਾਲ ਸਮਾਨਤਾ ਨੂੰ ਸਥਾਪਿਤ ਕਰਨ ਦੀ ਵਿਵਸਥਾ ਜਿਹੜੀ ਪ੍ਰਬੰਧ ਜਿਹੜਾ ਕੀਤਾ ਗਿਆ। ਜੀ। ਧਾਰਾ 19 ਤੋਂ 22 ਤੱਕ ਸੁਤੰਤਰਤਾ ਦਾ ਅਧਿਕਾਰ ਦਿੱਤਾ ਗਿਆ, ਜਿਸ 'ਚ ਵਿਅਕਤੀਗਤ ਸੁਤੰਤਰਤਾ ਵੀ ਸ਼ਾਮਲ ਹੈ, ਜੀਵਨ ਦਾ ਅਧਿਕਾਰ ਵੀ ਸ਼ਾਮਲ ਹੈ, ਔਰ ਹੁਣ ਇਹਦੇ 'ਚ
ਸਿੱਖਿਆ ਦਾ ਅਧਿਕਾਰ 86ਵੇਂ ਸੋਧ ਦੇ ਨਾਲ ਉਹ ਵੀ ਸ਼ਾਮਲ ਕੀਤਾ ਗਿਆ ਹੈ ਜੀ। ਕਿ ਜੇ ਸਿੱਖਿਆ ਲਓਗੇ, ਸਿੱਖਿਆ ਪ੍ਰਾਪਤ ਕਰੋਗੇ ਤਾਂ ਹੀ ਜੀਵਨ ਦੇ ਅਰਥ ਸਮਝ ਸਕਦੇ ਹੋ। ਜੀ ਤੋ ਸਿੱਖਿਆ ਦੇ ਅਧਿਕਾਰ ਨੂੰ ਜੀਵਨ ਦੇ ਅਧਿਕਾਰ ਦੇ ਨਾਲ ਜੋੜਿਆ ਗਿਆ। ਜੀ ਤੋ ਇਹ ਬੜੀ ਖੂਬਸੂਰਤ ਗੱਲ ਹੈ ਕਿ ਧਾਰਾ 19 ਤੋਂ ਲੈ ਕੇ 22 ਤੱਕ ਇਹ ਸੁਤੰਤਰਤਾ ਦਾ ਅਧਿਕਾਰ ਦਿੱਤਾ ਗਿਆ। ਜੀ ਜੇ ਅਸੀਂ ਧਾਰਾ 23 ਦੀ ਗੱਲ ਕਰਦੇ ਹਾਂ, ਧਾਰਾ 24 ਦੀ ਗੱਲ ਕਰਦੇ ਹਾਂ, 23 ਔਰ 24 ਦੇ ਵਿੱਚ ਜਿਹੜਾ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਦਿੱਤਾ ਗਿਆ ਔਰ ਇਸ ਦੇ ਵਿੱਚ ਬੱਚਿਆਂ ਦੇ ਵੀ ਅਧਿਕਾਰ ਹੈ ਔਰ 25 ਤੋਂ ਲੈ ਕੇ 28 ਤੱਕ ਸੁਤੰਤਰਤਾ ਦਾ ਅਧਿਕਾਰ ਦਿੱਤਾ ਗਿਆ। ਧਾਰਮਿਕ ਸੁਤੰਤਰਤਾ ਦਾ ਅਧਿਕਾਰ ਹੈ ਕਿਉਂਕਿ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ ਜੀ। ਔਰ ਲੋਕਾਂ ਨੂੰ ਆਪਣਾ ਧਰਮ ਦਾ ਪ੍ਰਚਾਰ ਕਰਨ ਦਾ, ਧਰਮ ਦਾ ਮਾਨਣ ਕਰਨ ਦਾ, ਉਹਦੇ ਉੱਪਰ ਚੱਲਣ ਦਾ ਪੂਰਾ ਅਧਿਕਾਰ ਹੈ। ਇਹ ਧਾਰਾ 25 ਤੋਂ ਲੈ ਕੇ 28 ਤੱਕ ਦਿੱਤਾ ਗਿਆ ਜੀ। ਔਰ ਇਸ ਤੋਂ ਬਾਅਦ ਆਂਦਾ ਹੈ ਧਾਰਾ 29 ਔਰ ਧਾਰਾ 30। ਇਹ ਜਿਹੜੀ ਧਾਰਾ 29 ਔਰ 30 ਹੈ ਇਹ ਸਿੱਖਿਆ ਔਰ ਸੰਸਕ੍ਰਿਤੀ ਦਾ ਅਧਿਕਾਰ ਦਿੰਦੀ ਹੈ ਕਿ ਭਾਰਤ 'ਚ ਬਹੁਤ ਸਾਰੇ ਘੱਟ ਗਿਣਤੀ ਦੇ ਵਰਗ ਵੀ ਆ ਜਿਹੜੀ ਆਪਣੀ ਭਾਸ਼ਾ ਨੂੰ, ਆਪਣੀ ਸੱਭਿਆਚਾਰ ਨੂੰ, ਆਪਣੀ ਸੰਸਕ੍ਰਿਤੀ ਨੂੰ, ਆਪਣੀ ਲਿਪੀ ਨੂੰ ਬਣਾ ਕੇ ਰੱਖ ਸਕਦੇ ਆ, ਉਹਦੀ ਰੱਖਿਆ ਕਰ ਸਕਦੇ ਆ, ਉਹਦਾ ਵਿਕਾਸ ਕਰ ਸਕਦੇ ਆ। ਇਹਦਾ ਪ੍ਰਬੰਧ ਕੀਤਾ ਗਿਆ ਧਾਰਾ 29 ਔਰ 30 ਦੇ ਵਿੱਚ। ਇਸ ਤੋਂ ਬਾਅਦ ਆਂਦੀ ਧਾਰਾ 32। ਧਾਰਾ 31 ਨੂੰ ਨਿਕਾਲ ਦਿੱਤਾ ਗਿਆ ਸੀ, 44th ਅਮੈਂਡਮੈਂਟ ਦੇ ਨਾਲ ਉਹਨੂੰ ਰਿਮੂਵ ਕਰਤਾ ਗਿਆ ਸੀ ਕਨਸਟੀਟਿਊਸ਼ਨ, ਜਿਹਦੇ 'ਚ ਰਾਈਟ ਟੂ ਪ੍ਰਾਪਰਟੀ ਸੀ। ਹੁਣ ਉਹਨੂੰ ਇੱਕ ਸੰਵਿਧਾਨਿਕ ਅਧਿਕਾਰ ਬਣਾਇਆ ਗਿਆ ਧਾਰਾ 308 ਦੇ ਵਿੱਚ। ਜਦੋਂ ਧਾਰਾ 32 ਦੀ ਗੱਲ ਕਰਦੇ ਆ ਤੇ ਡਾਕਟਰ ਅੰਬੇਦਕਰ ਬੋਲਦੇ ਆ ਜਿਹਦੇ 'ਚ ਆਂਦਾ ਹੈ ਸੰਵਿਧਾਨਿਕ ਉਪਾਇਆਂ ਦਾ ਅਧਿਕਾਰ, ਰਾਈਟ ਟੂ ਕਨਸਟੀਟਿਊਸ਼ਨਲ ਰੈਮਡੀਜ਼। ਡਾਕਟਰ ਅੰਬੇਦਕਰ ਲਿਖਦੇ ਆ ਕਿ ਇਹ ਸੰਵਿਧਾਨ ਦੀ ਆਤਮਾ ਹੈ, ਸੰਵਿਧਾਨ ਦਾ ਦਿਲ ਹੈ ਕਿਉਂਕਿ ਇਹਦੇ ਵਿੱਚ ਸਾਰੇ ਅਧਿਕਾਰਾਂ ਦੀ ਰਾਖੀ ਦਾ ਪ੍ਰਬੰਧ ਕੀਤਾ ਗਿਆ ਹੈ। ਜੇ ਕਿਸੇ ਅਧਿਕਾਰ ਨੂੰ ਕੋਈ ਸੰਕਟ ਆਂਦਾ ਹੈ ਤੇ ਉਹਦੀ ਰਾਖੀ ਕਰਨਾ ਨਿਆਂਪਾਲਿਕਾ ਦਾ ਫਰਜ਼ ਹੋਏਗਾ ਜੀ। ਤੋ ਇਸ ਅਧਿਕਾਰ ਦੀ ਸਰਵੋੱਚਤਾ ਹੈ ਧਾਰਾ 32 ਦੇ ਵਿੱਚ ਜੀ। ਤੋ ਇਸ ਤਰ੍ਹਾਂ ਸਾਰੇ ਅਧਿਕਾਰਾਂ ਨੂੰ ਅਗਰ ਅਸੀਂ ਦੇਖੀਏ ਤੇ ਬੜਾ ਸਪਸ਼ਟ ਹੋ ਜਾਂਦਾ ਹੈ ਕਿ ਸੰਵਿਧਾਨ ਬਣਾਉਣ ਵਾਲੇ ਆਪਣੇ ਉਦੇਸ਼ ਪ੍ਰਤੀ ਬਿਲਕੁਲ ਸਪਸ਼ਟ ਸੀ ਜੀ। ਉਹਨਾਂ ਦਾ ਵਿਜ਼ਨ ਕਲੀਅਰ ਸੀ ਕਿ ਦੇਸ਼ ਦਾ ਜੇ ਵਿਕਾਸ ਕਰਨਾ ਹੈ, ਉਸ ਵਿਕਾਸ ਦੇ ਵਿੱਚ ਹਰ ਇੱਕ ਵਿਅਕਤੀ ਦੀ ਸਮਾਨਤਾ, ਸੁਤੰਤਰਤਾ, ਉਹਦੀ ਡਿਗਨਿਟੀ, ਜਿਵੇਂ ਦੱਸਿਆ ਕਿ ਪ੍ਰਸਤਾਵਨਾ ਵਿੱਚ ਵੀ ਡਿਗਨਿਟੀ ਦੀ ਗੱਲ ਕੀਤੀ ਗਈ ਹੈ, ਦੇਸ਼ ਦੀ ਏਕਤਾ ਦੀ, ਅਖੰਡਤਾ ਦੀ ਗੱਲ ਕੀਤੀ ਗਈ ਹੈ। ਤੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਕ ਪੂਰਾ ਦਾ ਪੂਰਾ ਚੈਪਟਰ ਡੈਡੀਕੇਟਿਡ ਹੈ ਲੋਕਾਂ ਦੇ ਅਧਿਕਾਰਾਂ ਨੂੰ ਜੀ। ਅਧਿਕਾਰਾਂ ਦੀ ਔਰ ਫਰਜ਼ਾਂ ਦਾ ਵੀ ਇੱਕ ਬਿਲਕੁਲ, ਕਿਉਂਕਿ ਅਸੀਂ ਅਧਿਕਾਰ ਬਹੁਤ ਮੰਗਦੇ ਹਾਂ ਕਿ ਸਾਡਾ ਇਹ ਤੇ ਹੱਕ ਬਣਦਾ, ਸਾਡਾ ਉਹ ਤੇ ਹੱਕ ਬਣਦਾ ਹੈ, ਪਰ ਫਰਜ਼ ਜਿਹੜੇ ਆ, ਦੇਖੋ ਜਿਹੜਾ ਫਰਜ਼ ਹੈ ਜਿਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਡੈਟ ਬੋਲਦੇ ਹਾਂ, ਤੋ ਡੈਟ ਦਾ ਮਤਲਬ ਇਹੀ ਆ ਕਰਜ਼ ਚੁਕਾਉਣਾ। ਜੇ ਤੁਸੀਂ ਅਧਿਕਾਰਾਂ ਦਾ ਪ੍ਰਯੋਗ ਕਰਦੇ ਹੋ ਤੇ ਉਹਦੇ ਬਦਲੇ ਦੇ ਵਿੱਚ ਤੁਹਾਨੂੰ ਜਿਹੜਾ ਕੁਝ ਕਰਨਾ ਪੈਂਦਾ ਉਹ ਤੁਹਾਡਾ ਫਰਜ਼ ਹੈ, ਤੁਹਾਡਾ ਉਹ ਕਰਤੱਵ ਹੈ ਜੀ। ਤੋ ਸੰਵਿਧਾਨ ਦੇ ਵਿੱਚ ਇੱਕ ਚੈਪਟਰ ਜਿਹੜਾ ਹੈ ਉਹ ਫਰਜ਼ਾਂ ਦਾ ਵੀ ਸ਼ਾਮਲ ਕੀਤਾ ਗਿਆ। ਜਿਸ ਵੇਲੇ ਮੌਲਿਕ ਰੂਪ 'ਚ ਸੰਵਿਧਾਨ ਤਿਆਰ ਹੁੰਦਾ ਹੈ ਉਹਦੇ 'ਚ ਔਪਚਾਰਿਕ ਰੂਪ 'ਤੇ ਇੱਕ ਚੈਪਟਰ ਦੇਖਣ ਨੂੰ ਨਹੀਂ ਮਿਲਦਾ, ਲੇਕਿਨ 42nd ਅਮੈਂਡਮੈਂਟ ਕੀਤੀ ਜਾਂਦੀ ਹੈ, 42ਵਾਂ ਸੋਧ ਕੀਤਾ ਜਾਂਦਾ 1976 ਦੇ ਵਿੱਚ ਔਰ ਉਸ ਸੋਧ ਦੇ ਨਾਲ ਇੱਕ ਪੂਰਾ ਚੈਪਟਰ ਜਿਹੜਾ ਫਰਜ਼ਾਂ ਦਾ ਸ਼ਾਮਲ ਕੀਤਾ ਗਿਆ ਜੀ। ਔਰ ਅਗਰ ਅਸੀਂ ਇਸ ਫਰਜ਼ਾਂ ਦੇ ਉੱਪਰ ਝਾਤ ਮਾਰਦੇ ਹਾਂ ਤੇ ਸਪਸ਼ਟ ਹੋ ਜਾਂਦਾ ਹੈ ਕਿ ਵਿਅਕਤੀ ਦੇ ਵਿਅਕਤੀਗਤ ਫਰਜ਼ਾਂ ਤੋਂ ਲੈ ਕੇ ਉਹਦੇ ਸਮਾਜ ਦੇ ਪ੍ਰਤੀ, ਸਮਾਜ ਤੋਂ ਉਹਦੇ ਰਾਸ਼ਟਰ ਦੇ ਪ੍ਰਤੀ, ਰਾਸ਼ਟਰ ਤੋਂ ਦੇਸ਼ ਦੇ ਪ੍ਰਤੀ ਸਾਰੇ ਫਰਜ਼ ਜਿਹੜੇ ਇਹਦੇ ਸ਼ਾਮਲ ਕੀਤੇ ਗਏ ਕਿ ਉਹਨੇ ਸੰਵਿਧਾਨ ਦਾ ਪਾਲਨ ਕਰਨਾ ਹੈ, ਰਾਸ਼ਟਰੀ ਧਵਜ ਦਾ ਸਨਮਾਨ ਕਰਨਾ ਹੈ ਔਰ ਰਾਸ਼ਟਰੀ ਅੰਦੋਲਨ ਦੇ ਜਿਹੜੇ ਮੁੱਲ ਹੈ ਉਹਨਾਂ ਦਾ ਸਨਮਾਨ ਕਰਨਾ ਹੈ, ਵਾਤਾਵਰਣ ਦੀ ਰਾਖੀ ਕਰਨੀ ਹੈ। ਹਰ ਇੱਕ ਚੀਜ਼ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਗਿਆ। ਫਰਜ਼ਾਂ ਦੇ ਪ੍ਰਤੀ ਸੁਚੇਤ ਹੋਣਾ ਚਾਹੀਦਾ, ਸੁਚੇਤ ਹੋਣ ਦੀ ਗੱਲ ਕੀਤੀ ਗਈ। ਅਸਲ ਦੇ ਵਿੱਚ ਗੱਲ ਇਹ ਹੈ ਕਿ ਜਿਸ ਵੇਲੇ ਅਸੀਂ ਅਧਿਕਾਰਾਂ ਦੀ ਗੱਲ ਕਰਦੇ ਹਾਂ ਔਰ ਫਰਜ਼ਾਂ ਦੀ ਗੱਲ ਕਰਦੇ ਹਾਂ, ਇਹ ਦੋਨੋਂ ਨਾਲ ਚੱਲਦੇ। ਦੁਨੀਆ 'ਚ ਅਜਿਹਾ ਕੋਈ ਅਧਿਕਾਰ ਨਹੀਂ ਹੈ ਜਿਹਦੇ ਨਾਲ ਕੋਈ ਫਰਜ਼ ਨਾ ਜੁੜਿਆ ਹੋਵੇ। ਬਿਲਕੁਲ ਜੀ। ਹਰ ਇੱਕ ਅਧਿਕਾਰ ਨਾਲ ਇੱਕ ਜਾਂ ਇੱਕ ਤੋਂ ਜ਼ਿਆਦਾ ਫਰਜ਼ ਜੁੜੇ ਹੋਏ ਆ ਜੀ। ਤੇ ਜੇਕਰ ਅਸੀਂ ਗੱਲ ਕਰੀਏ ਜਿਵੇਂ ਤੁਸੀਂ ਦੱਸਦੇ ਹੋ ਕਿ ਇੱਕ ਧਾਰਾ ਦੇ ਵਿੱਚ ਸੋਧ ਕਰ ਲਈ, ਇਦਾਂ ਹੋ ਗਿਆ, ਇਹ ਤਰਮੀਮਾਂ ਜਿਹੜੀਆਂ ਹੁੰਦੀਆਂ ਨੇ, ਸੋਧਾਂ ਜਿਹੜੀਆਂ ਹੁੰਦੀਆਂ ਨੇ, ਕੀ ਇਹ ਸੋਧਾਂ ਦੀ ਵਿਵਸਥਾ ਰੱਖੀ ਗਈ ਸੀਗੀ? ਬਿਲਕੁਲ। ਸੰਵਿਧਾਨ ਦੀ ਧਾਰਾ 368 ਹੈ 368 ਜਿਹਦੇ ਵਿੱਚ ਦੱਸਿਆ ਗਿਆ ਕਿ ਸੰਵਿਧਾਨ ਨੂੰ ਸਮੇਂ ਦਾ ਹਾਨੀ ਬਣਾਉਣ ਦੇ ਲਈ ਉਹਦੇ 'ਚ ਅਮੈਂਡਮੈਂਟਸ ਸੋਧ ਕੀਤੀਆਂ ਜਾ ਸਕਦੀਆਂ। 100 ਤੋਂ ਜ਼ਿਆਦਾ ਅਮੈਂਡਮੈਂਟਸ ਜਿਹੜੀਆਂ ਕਨਸਟੀਟਿਊਸ਼ਨ 'ਚ ਹੋ ਚੁੱਕੀਆਂ ਔਰ ਉਹਦਾ ਪੂਰਾ ਪ੍ਰੋਸੀਜਰ ਰੱਖਿਆ ਗਿਆ। ਦੋ ਤਰ੍ਹਾਂ ਦੀਆਂ ਅਮੈਂਡਮੈਂਟਸ ਹੁੰਦੀਆਂ। ਇੱਕ ਤਾਂ ਅਮੈਂਡਮੈਂਟ ਕਨਸਟੀਟਿਊਸ਼ਨ ਹੁੰਦੇ ਜਿਹਨੂੰ ਅਸੀਂ ਫਲੈਕਸੀਬਲ ਕਨਸਟੀਟਿਊਸ਼ਨ ਬੋਲਦੇ ਹਾਂ, ਲਚੀਲਾ ਸੰਵਿਧਾਨ, ਜਿਹੜੇ ਆਮ ਕਾਨੂੰਨ ਦੇ ਨਾਲ ਤੁਸੀਂ ਕਨਸਟੀਟਿਊਸ਼ਨ ਨੂੰ ਅਮੈਂਡ ਕਰ ਦਿੰਦੇ ਹੋ। ਇੱਕ ਸੰਵਿਧਾਨ ਹੁੰਦਾ ਕਠੋਰ ਸੰਵਿਧਾਨ, ਰਿਜਿਡ ਕਨਸਟੀਟਿਊਸ਼ਨ, ਜਿਹਨੂੰ ਬਦਲਣ ਦੇ ਲਈ ਇੱਕ ਸਪੈਸ਼ਲ ਮੈਥਡ ਜਿਹੜਾ ਉਹ ਅਡਾਪਟ ਕਰਨਾ ਪੈਂਦਾ। ਤਾਂ ਬੜੀ ਖੂਬਸੂਰਤ ਗੱਲ ਹੈ ਕਿ ਭਾਰਤ ਦਾ ਸੰਵਿਧਾਨ ਜਿਹੜਾ ਉਹ ਇਹਨਾਂ ਦੋਨਾਂ ਦਾ ਮਿਲਿਆ ਜੁਲਿਆ ਰੂਪ ਹੈ। ਇਹਦੇ 'ਚ ਫਲੈਕਸੀਬਿਲਿਟੀ ਵੀ ਦੇਖਣ ਨੂੰ ਮਿਲਦੀ ਹੈ ਔਰ ਰਿਜਿਡਿਟੀ ਜਿਹਨੂੰ ਅਸੀਂ ਕਹਿੰਦੇ ਹਾਂ ਕਠੋਰਤਾ, ਉਹ ਵੀ ਦੇਖਣ ਨੂੰ ਮਿਲਦੀ ਹੈ। ਉਹਦਾ ਕਾਰਨ ਇਹ ਹੈ ਕਿ ਜਿਹੜੀ ਵਿਵਸਥਾ ਸੰਘੀ ਢਾਂਚੇ ਨਾਲ ਜੁੜੀ ਹੋਈ ਆ ਉਹਨੂੰ ਅਸੀਂ ਰਿਜਿਡ ਬਣਾਇਆ। ਸੰਵਿਧਾਨ ਸਭਾ ਨੇ ਬੜੀ ਸੋਚ ਦੇ ਨਾਲ ਉਸ ਵਿਵਸਥਾ ਨੂੰ ਕਠੋਰ ਬਣਾਇਆ ਤਾਂ ਕਿ ਰਾਜਿਆਂ ਦੇ ਨਾਲ ਸਹਿਮਤੀ ਦੇ ਨਾਲ ਉਹ ਜਿਹੜਾ ਸੰਵਿਧਾਨ ਦਾ ਹਿੱਸਾ ਹੈ ਉਹਨੂੰ ਸੋਧ ਕੀਤੀ ਜਾ ਸਕੇ ਜੀ। ਔਰ ਕੁਝ ਭਾਗ ਇਦਾਂ ਦੇ ਆ ਜਿਨ੍ਹਾਂ ਨੂੰ
ਫਲੈਕਸੀਬਲ ਰੱਖਿਆ ਗਿਆ, ਆਮ ਕਾਨੂੰਨ ਦੇ ਰਾਹੀਂ ਜਿਨ੍ਹਾਂ ਵਿੱਚ ਸੋਧ ਕੀਤੀ ਜਾ ਸਕਦੀ ਹੈ। ਤਾਂ ਬੜੀ ਡਿਟੇਲ ਦੇ ਵਿੱਚ ਅਸੀਂ ਇਹਨੂੰ ਅਡਾਪਟ ਤੇ ਕੀਤਾ। ਜੇਕਰ ਤੁਸੀਂ ਸੰਘੀ ਵਿਵਸਥਾ ਦੀ ਗੱਲ ਕੀਤੀ ਹੈ, ਫੈਡਰਲ ਢਾਂਚੇ ਦੀ ਗੱਲ ਕੀਤੀ ਹੈ, ਬਿਲਕੁਲ। ਇਹ ਫੈਡਰਲ ਢਾਂਚੇ ਦੀ ਸਾਡੇ ਸੰਵਿਧਾਨ ਦੇ ਵਿੱਚ ਕੀ ਵਿਵਸਥਾ ਹੈ? ਦੇਖੋ, ਫੈਡਰਲ ਵਿਵਸਥਾ ਉਹਨੂੰ ਅਸੀਂ ਬੋਲਦੇ ਹਾਂ ਜਿਹਦੇ 'ਚ ਦੋਹਰੀ ਵਿਵਸਥਾ ਹੋਵੇ। ਦੋ ਤਰ੍ਹਾਂ ਦੀ ਵਿਵਸਥਾ ਹੁੰਦੀ ਹੈ, ਇੱਕ ਫੈਡਰਲ ਜਿਹਦੇ 'ਚ ਦੋਹਰਾ ਸ਼ਾਸਨ ਚੱਲਦਾ ਹੈ, ਇੱਕ ਸੈਂਟਰ ਗਵਰਨਮੈਂਟ ਕੰਮ ਕਰਦੀ ਹੈ, ਨਾਲ ਦੀ ਨਾਲ ਸਟੇਟ ਯੂਨਿਟ ਲੈਵਲ ਦੇ ਉੱਪਰ ਕੰਮ ਹੁੰਦਾ ਹੈ। ਜੀ। ਔਰ ਭਾਰਤ ਦੇ ਸੰਵਿਧਾਨ ਦੇ ਵਿੱਚ ਅਗਰ ਅਸੀਂ ਦੇਖੀਏ ਤਾਂ ਇਹਦੀ ਜਿਹੜੀ ਵਿਵਸਥਾ ਹੈਗੀ ਉਹ ਫੈਡਰਲ ਹੈ, ਲੇਕਿਨ ਜਿਹੜੀ ਇਹਦੀ ਸਪਿਰਿਟ ਹੈ, ਜਿਹੜੀ ਇਹਦੀ ਆਤਮਾ ਹੈ, ਉਹ ਯੂਨਿਟਰੀ ਹੈ। ਉਹ ਇਸ ਕਰਕੇ ਹੈ ਕਿਉਂਕਿ ਭਾਰਤ ਇੱਕ ਯੂਨੀਅਨ ਆਫ ਸਟੇਟਸ ਜਿਸ ਵੇਲੇ ਅਸੀਂ ਇਹਨੂੰ ਬੋਲਦੇ ਹਾਂ, ਤਾਂ ਅਸੀਂ ਕੁਝ ਵਿਵਸਥਾਵਾਂ, ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਅਡਾਪਟ ਕੀਤੀਆਂ ਜਿਹੜੀਆਂ ਕਿ ਫੈਡਰਲ ਸਟਰਕਚਰ ਦੇ ਨਾਲ ਜੁੜਦੀਆਂ। ਜਿਵੇਂ ਭਾਰਤ ਦਾ ਸੰਵਿਧਾਨ ਦੇ ਨਾਲ ਜਿਹੜੀ ਅਸੀਂ ਸ਼ਕਤੀਆਂ ਦੀ ਡਿਵੀਜ਼ਨ ਕੀਤੀ ਹੈ, ਪਾਵਰ ਡਿਵਾਈਡ ਕੀਤੀਆਂ ਸੈਂਟਰ ਗਵਰਨਮੈਂਟ ਔਰ ਸਟੇਟਸ ਦੇ ਵਿੱਚ, ਔਰ ਨਾਲ ਦੀ ਨਾਲ ਇੱਕ ਤੀਸਰੀ ਸੂਚੀ ਬਣਾਈ ਆ ਕੰਕਰੈਂਟ ਲਿਸਟ, ਜਿੱਥੇ ਸੈਂਟਰ ਔਰ ਸਟੇਟ ਆਪਣੇ ਕਾਨੂੰਨ ਬਣਾਉਂਦੀਆਂ। ਔਰ ਸੰਵਿਧਾਨ 'ਚ ਸਪਸ਼ਟ ਕੀਤਾ ਹੋਇਆ ਕਿ ਜਿਹੜੀਆਂ ਬਚੀਆਂ ਹੋਈਆਂ ਸ਼ਕਤੀਆਂ, ਰੈਜ਼ੀਡਿਊਰੀ ਪਾਵਰਸ ਹੈ, ਉਹ ਜਿਹੜੀਆਂ ਪਾਵਰ ਹੈ ਉਹ ਸੈਂਟਰ ਦੇ ਕੋਲ ਹੋਣਗੀਆਂ। ਤਾਂ ਇੱਕ ਤਰ੍ਹਾਂ ਨਾਲ ਇੱਕ ਸਟਰਕਚਰ ਬਣਾਇਆ, ਲੇਕਿਨ ਇਹਦੇ ਨਾਲ ਦੀ ਨਾਲ ਅਸੀਂ ਇਕਾਤਮਕ ਵਿਵਸਥਾ ਵੀ ਰੱਖੀ ਆ। ਉਹ ਇਕਾਤਮਕ ਵਿਵਸਥਾ ਕੀ ਆ? ਜਿਵੇਂ ਇੱਕ ਨਾਗਰਿਕਤਾ, ਇੱਕ ਸੰਵਿਧਾਨ, ਇੱਕ ਨਿਆਂਪਾਲਿਕਾ, ਇੱਕ ਨਿਆਇਕ ਢਾਂਚਾ। ਇਹ ਜਿਹੜੀ ਵਿਵਸਥਾ ਹੈਗੀ ਆ, ਇਹ ਸਾਨੂੰ ਦੱਸਦੀ ਹੈ ਕਿ ਅਸੀਂ ਇੱਕ ਦੇਸ਼ ਦੇ ਨਾਗਰਿਕ ਹਾਂ ਜੀ, ਔਰ ਸਾਡਾ ਸਮਰਪਣ, ਸਾਡਾ ਤਿਆਗ ਜਿਹੜਾ ਉਹ ਰਾਸ਼ਟਰ ਦੇ ਪ੍ਰਤੀ ਹੈ। ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਸੰਵਿਧਾਨ ਸਾਨੂੰ ਇੱਕ ਜੀਵਨ ਜਾਂਚ ਵੀ ਸਿਖਾਉਂਦਾ ਹੈ, ਅਸੀਂ ਆਪਣੇ ਦੇਸ਼ ਦੇ ਵਿੱਚ ਕਿਵੇਂ ਰਹਿਣਾ, ਇਹ ਤਰੀਕਾ ਸਲੀਕਾ ਸਿਖਾਉਂਦਾ ਹੈ। ਕਿਉਂਕਿ ਕੱਲ ਆਪਾਂ 26 ਜਨਵਰੀ ਇਹ ਗਣਤੰਤਰ ਦਿਵਸ ਮਨਾ ਰਹੇ ਹਾਂ, ਤੇ ਇਹਦੇ ਵਾਸਤੇ ਸੰਖੇਪ ਜਿਹੇ ਲਫ਼ਜ਼ਾਂ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਪਹਿਲਾਂ ਤਾਂ ਜਿਹੜਾ ਅਸੀਂ ਕੱਲ ਗਣਤੰਤਰ ਦਿਵਸ ਮਨਾ ਰਹੇ ਹਾਂ ਜੀ, ਇਹ ਇੱਕ ਤਰ੍ਹਾਂ ਨਾਲ ਸ਼ਰਧਾ ਦਾ ਦਿਵਸ ਹੈ ਜੀ। ਉਸ ਪਵਿੱਤਰ ਗ੍ਰੰਥ ਨੂੰ ਸਲਾਮ ਕਰਨ ਦਾ ਦਿਵਸ ਹੈ ਜਿਹੜੇ ਕਿ ਸਾਡੇ ਸੰਵਿਧਾਨ ਸਭਾ ਦੇ ਸਦੱਸਿਆਂ ਨੇ ਬੜੀ ਮਿਹਨਤ ਦੇ ਨਾਲ ਤਿਆਰ ਕੀਤਾ ਜੀ। ਔਰ ਇੱਕ ਜਿਹੜਾ ਉਦੇਸ਼ ਸੀ ਸੰਵਿਧਾਨ ਸਭਾ ਦਾ, ਇੱਕ ਰਾਸ਼ਟਰ ਦਾ, ਇੱਕ ਦੇਸ਼ ਦਾ, ਦੇਸ਼ ਨੂੰ ਅੱਗੇ ਲੈ ਕੇ ਜਾਣ ਦਾ, ਹੁਣ ਸਮੇਂ ਆ ਗਿਆ ਕਿ ਅਸੀਂ ਉਸ ਸਮਰਪਣ ਦੇ ਪ੍ਰਤੀ, ਉਸ ਤਿਆਗ ਦੇ ਪ੍ਰਤੀ ਆਪਣੇ ਆਪ ਨੂੰ ਡੈਡੀਕੇਟ ਕਰੀਏ ਜੀ। ਔਰ ਜੋ ਸੁਪਨੇ ਸੰਵਿਧਾਨ ਸਭਾ ਨੇ ਦੇਖੇ ਸੀ ਦੇਸ਼ ਨੂੰ ਅੱਗੇ ਲੈ ਕੇ ਜਾਣ ਦੇ, ਉਹਨਾਂ ਦੇ ਵਿੱਚ ਆਪਣਾ ਯੋਗਦਾਨ ਪਾਈਏ। ਬਿਲਕੁਲ ਜੀ। ਔਰ ਜਿਸ ਸੰਵਿਧਾਨ ਨੂੰ ਪੂਰਾ ਤਿਆਰ ਕਰਨ ਦੇ ਵਾਸਤੇ 2 ਸਾਲ 11 ਮਹੀਨੇ 18 ਦਿਨ ਲੱਗੇ ਹੋਣ, ਉਸ ਨੂੰ ਅਸੀਂ ਥੋੜੇ ਜਿਹੇ ਸਮੇਂ ਦੇ ਵਿੱਚ ਪੜ੍ਹ ਨਹੀਂ ਸਕਦੇ, ਪਰ ਫਿਰ ਵੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਹਦੇ ਜਿਹੜੇ 399 ਆਰਟੀਕਲ ਹੈਗੇ ਆ, 395 ਜਿਹੜੇ ਆਰਟੀਕਲ ਹੈਗੇ, ਉਹਨਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ, ਵਾਚਣ ਦੀ ਕੋਸ਼ਿਸ਼ ਕੀਤੀ ਹੈ। ਆਸ ਕਰਦੇ ਹਾਂ ਕਿ ਤੁਹਾਨੂੰ ਇਹ ਸਾਰਾ ਚੰਗਾ ਲੱਗਿਆ ਹੋਵੇਗਾ, ਔਰ ਇਸੇ ਤਰ੍ਹਾਂ ਹੀ ਅਸੀਂ ਮੁੜ ਵੀ ਇਸੇ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦੇ ਰਹਾਂਗੇ, ਔਰ ਸਾਡੀ ਕੋਸ਼ਿਸ਼ ਦੇ ਵਿੱਚ ਤੁਸੀਂ ਵੀ ਸ਼ਾਮਲ ਹੋਏ ਹੋ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ।